ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਗੁਰੂ ਪਿਆਰਿਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਰਚਨਾ ਰਾਮਕਲੀ ਰਾਗ ਵਿੱਚ ਆਨੰਦ, ਜਿਸ ਨੂੰ ਸਤਿਕਾਰ ਨਾਲ ਅਸੀਂ ਆਨੰਦ ਸਾਹਿਬ ਕਹਿੰਦੇ ਹਾਂ, ਇਸ ਦੀ ਅਸੀਂ ਲੜੀਵਾਰ ਵਿਚਾਰ ਆਰੰਭ ਕੀਤੀ ਹੈ। ਜਪ ਬਾਣੀ ਤੋਂ ਬਾਅਦ 9 ਸ਼ਬਦ, 5 ਸੋਧਰ ਵਾਲੇ, 4 ਸੋਪੁਰਖ ਵਾਲੇ, 5 ਸ਼ਬਦ ਸੋਹਿਲੇ ਦੇ, ਔਰ ਉਸ ਤੋਂ ਬਾਅਦ ਇਹ ਆਨੰਦ ਸਾਹਿਬ ਦੀ ਬਾਣੀ, ਜਿਹਦੀਆਂ ਅਸੀਂ ਪਹਿਲੀਆਂ 5 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਤਾਂ ਅੱਜ 6ਵੀਂ ਪੌੜੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਬੇਚਾਰੀਆ। ਇੱਥੋਂ ਅੱਜ ਦੀ ਵਿਚਾਰ ਆਰੰਭ ਹੋਏਗੀ। ਇਹ ਵਿਚਾਰ ਦੀ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਇਹ ਵਿਚਾਰ ਆਰੰਭ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸੀਂ ਜਿਵੇਂ ਕਿ ਚੱਲ ਰਹੀ ਹੈ ਵਿਚਾਰ ਆਨੰਦ ਸਾਹਿਬ ਬਾਣੀ ਦੀ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ, ਜੋ ਨਿਤਨੇਮ ਦਾ ਹਿੱਸਾ ਹੈ ਸਾਡੀ ਬਾਣੀ, ਜਿਹਨੂੰ ਪਿਆਰ ਨਾਲ ਅਸੀਂ ਆਨੰਦ ਸਾਹਿਬ ਕਹਿੰਦੇ ਹਾਂ। ਉਸ ਬਾਣੀ ਦੇ ਵਿਚਾਰ ਆਪਾਂ ਪਿਛਲੇ ਕੁਝ ਸਮੇਂ ਤੋਂ ਆਰੰਭ ਕੀਤੀ ਹੋਈ ਹੈ। ਅੱਜ ਅਸੀਂ 6ਵੀਂ ਪੌੜੀ ਦੀ ਵਿਚਾਰ ਆਰੰਭ ਕਰਨੀ ਹੈ। ਆਓ ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰ ਆਰੰਭ ਕਰੀਏ, ਇੱਕ ਵਾਰੀ ਇਸ ਪੌੜੀ ਦਾ ਪਾਠ ਕਰ ਲਈਏ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਤੁਧ ਬਾਝ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਇਸ ਤੋਂ ਪਹਿਲੀ 5ਵੀਂ ਪੌੜੀ, ਜਿਸ ਦੀ ਵਿਚਾਰ ਆਪਾਂ ਕੱਲ ਕੀਤੀ ਸੀ, ਉਸ ਦੇ ਵਿੱਚ ਸਤਿਗੁਰੂ ਜੀ ਨੇ ਉਸ ਅਵਸਥਾ ਨੂੰ ਡਿਸਕ੍ਰਾਈਬ ਕੀਤਾ ਹੈ ਸਾਡੇ ਸਾਹਮਣੇ, ਜਿਸ ਨੂੰ ਅਸੀਂ ਆਨੰਦ ਦੀ ਅਵਸਥਾ ਕਹਿ ਸਕਦੇ ਹਾਂ। ਸਤਿਗੁਰੂ ਜੀ ਨੇ ਉੱਥੇ ਸਾਨੂੰ ਸਮਝਾਇਆ ਸੀ ਕਿ ਇਹ ਉਹ ਅਵਸਥਾ ਜਿਹਨੂੰ ਉਹਨਾਂ ਨੇ ਆਨੰਦ ਕਿਹਾ ਹੈ, ਇਹ ਆਨੰਦ ਦੀ ਅਵਸਥਾ, ਇਹ ਸੱਚਮੁੱਚ ਹੀ ਆਨੰਦਮਈ ਹੈ। ਤੇ ਇਹ ਇਤਨੀ ਆਨੰਦਮਈ ਹੈ ਕਿ ਜਦੋਂ ਇਨਸਾਨ ਇਸ ਅਵਸਥਾ ਤੱਕ ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਦੱਸੇ ਉਪਦੇਸ਼ਾਂ ਤੇ ਚੱਲ ਕੇ ਪਹੁੰਚਦਾ ਹੈ, ਤਾਂ ਉਹਦੇ ਅੰਦਰ ਇਤਨੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ, ਇਤਨੀ ਖੜਾਓ ਦੀ ਅਵਸਥਾ ਬਣ ਜਾਂਦੀ ਹੈ, ਜਿਵੇਂ ਸਭ ਪਾਸੇ ਕੋਈ ਆਨੰਦਮਈ ਸੰਗੀਤ ਹਰ ਵਕਤ ਚੱਲ ਰਿਹਾ ਹੋ। ਤੇ ਇਸ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਸੀ ਕਿ ਇਸ ਤਰ੍ਹਾਂ ਹੈ ਜਿਵੇਂ ਐਸੇ ਸੁਭਾਗੇ ਘਰ ਦੇ ਵਿੱਚ ਜਿੱਥੇ ਇਹ ਆਨੰਦ ਦੀ ਅਵਸਥਾ ਆਉਂਦੀ ਹੈ, ਐਸੇ ਹਿਰਦੇ ਵਿੱਚ, ਜਿਵੇਂ ਦੂਜੇ ਧਰਮਾਂ ਦੇ ਵਿੱਚ, ਦੂਜੇ ਵਿਚਾਰਧਾਰਾਵਾਂ ਦੇ ਵਿੱਚ ਜਿਹੜੇ ਵਾਜੇ, ਪੰਜ ਸ਼ਬਦ, 5 ਵਾਜੇ ਜਿਹੜੇ ਕਹੇ ਜਾਂਦੇ ਸਨ, ਆਨੰਦ ਦੇ ਪ੍ਰਤੀਕ, ਬੜੀ ਉੱਚੀ ਅਵਸਥਾ ਦੇ ਪ੍ਰਤੀਕ ਮੰਨੇ ਜਾਂਦੇ ਸਨ,
ਉਹ ਸਤਿਗੁਰੂ ਜੀ ਨੇ ਕਿਹਾ ਇਸ ਤਰ੍ਹਾਂ ਹੈ ਕਿ ਜਿਵੇਂ ਉਹ ਸਾਰੇ ਅੰਦਰ ਵੱਜਣੇ ਸ਼ੁਰੂ ਹੋ ਗਏ ਤੇ ਨਾਲ ਉਹਨਾਂ ਨੇ ਨਿਸ਼ਾਨੀ ਦੱਸੀ ਸੀ ਕਿ ਪੰਜ ਦੂਤ ਤੁਧ ਵਸ ਕੀਤੇ। ਇਹ ਪੰਜ ਵਿਕਾਰ ਨਾਲ ਕਾਬੂ ਆ ਜਾਂਦੇ ਹਨ ਉਸ ਅਵਸਥਾ ਤੋਂ ਬਾਅਦ। ਤੇ ਕਾਲ ਕੰਟਕ ਮਾਰਿਆ, ਜਿਹੜਾ ਇਹ ਕੰਡਾ ਹੈ ਕਾਲ ਦਾ ਭਾਵ, ਇਹਦਾ ਡਰ ਜੋ ਸਾਨੂੰ ਹਰ ਵੇਲੇ ਚੁਭਦਾ ਰਹਿੰਦਾ ਹੈ, ਉਹ ਖਤਮ ਹੋ ਜਾਂਦਾ। ਤੇ ਫਿਰ ਮਨੁੱਖ ਦੀ ਅਵਸਥਾ ਆਨੰਦ ਦੇ ਵਿੱਚ ਪਹੁੰਚਣ ਤੋਂ ਬਾਅਦ ਇਹ ਹੋ ਜਾਂਦੀ ਹੈ ਕਿ ਉਹਦੀ ਕਿਰਪਾ ਹੋ ਗਈ ਹੈ ਤੇ ਹੁਣ ਬਸ ਕੇਵਲ ਨਾਮ ਹਰ ਕੈ ਲਾਗੇ। ਤੇ ਇਹ ਸਭ ਤੋਂ ਉੱਚੀ ਅਵਸਥਾ ਸਤਿਗੁਰੂ ਜੀ ਨੇ ਫਿਰ ਇੱਕ ਸ਼ਬਦ ਵਰਤ ਕੇ ਸਾਨੂੰ ਸਮਝਾਇਆ, ਜਿਹੜੀ ਦੂਜੀਆਂ ਵਿਚਾਰਧਾਰਾਵਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਇਹ ਅਣਹਦ ਹੈ। ਅਣਹਦ ਸ਼ਬਦ ਹੈ, ਭਾਵ ਦੁਨੀਆ ਤੋਂ ਪਰੇ ਦੀਆਂ ਗੱਲਾਂ ਹਨ। ਬਹੁਤ ਉੱਚੀ ਅਵਸਥਾ ਹੈ, ਆਨੰਦਮਈ ਅਵਸਥਾ ਹੈ। ਹੁਣ ਸਤਿਗੁਰੂ ਜੀ ਇਸ ਤੋਂ ਅੱਗੇ ਘੁੰਡੀ ਖੋਲਦੇ ਹਨ ਕਿ ਅਸੀਂ ਇਸ ਅਵਸਥਾ ਤੱਕ ਪਹੁੰਚਣਾ ਹੈ ਤੇ ਸਾਨੂੰ ਕੁਝ ਗੱਲਾਂ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਅਸੀਂ ਕਿਸ ਤਰ੍ਹਾਂ ਇਸ ਰਸਤੇ ਦੇ ਉੱਤੇ ਤੁਰ ਸਕਦੇ। ਇਸ ਪੌੜੀ ਦੇ ਵਿੱਚ ਵੀ ਸਤਿਗੁਰੂ ਜੀ ਗੱਲ ਸ਼ੁਰੂ ਕਰਦੇ ਹਨ ਕਿ ਸਾਚੀ ਲਿਵੈ ਬਿਨ ਦੇਹ ਨਿਮਾਣੀ। ਸਾਚੀ ਲਿਵੈ, ਲਿਵ ਦਾ ਅਰਥ ਹੈ ਕਿ ਜਦੋਂ ਕਿਸੇ ਨੂੰ ਕੋਈ ਲੱਗਣ ਲੱਗ ਜਾਵੇ, ਲਿਵ ਜੁੜ ਜਾਵੇ, ਭਾਵ ਜਦੋਂ ਕਿਤੇ ਸਾਡੀ ਲਿਵ ਜੁੜ ਜਾਂਦੀ ਹੈ, ਸਾਡੀ ਲਗਨ ਲੱਗ ਜਾਂਦੀ ਹੈ, ਸਾਡਾ ਧਿਆਨ ਇੱਕ ਜਗ੍ਹਾ ਤੇ ਕੇਂਦਰਿਤ ਹੋ ਜਾਂਦਾ ਹੈ ਤੇ ਫਿਰ ਉਹ ਉਦੋਂ ਹੀ ਅਸੀਂ ਉਹ ਕੰਮ ਕਰ ਸਕਦੇ। ਇੱਥੇ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ ਸਾਚੀ ਲਿਵੈ ਬਿਨ, ਕਿ ਜੇ ਉਹ ਲਿਵ ਨਹੀਂ ਹੈ, ਕਿਹੜੀ ਲਿਵ? ਸਾਚੀ। ਸਾਚੀ ਭਾਵ ਸਦਾ ਕਾਇਮ ਰਹਿਣ ਵਾਲੀ, ਸਦਾ ਥਿਰ ਰਹਿਣ ਵਾਲੀ ਲਿਵ, ਭਾਵ ਜਿਹੜੀ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਨਾਲ ਜੁੜੀ ਹੋਈ ਲਿਵ ਹੈ, ਉਹਦਾ ਜ਼ਿਕਰ ਸਤਿਗੁਰੂ ਕਰ ਰਹੇ ਹਨ ਕਿ ਉਸ ਪ੍ਰਭੂ ਦੇ ਨਾਲ ਸਾਡੀ ਲਗਨ, ਸਾਡੀ ਪ੍ਰੀਤ, ਸਾਡਾ ਪ੍ਰੇਮ ਜਿਹੜਾ ਹੈ, ਜੇ ਉਹ ਸਾਡੇ ਅੰਦਰ ਨਹੀਂ ਤਾਂ ਸਤਿਗੁਰੂ ਜੀ ਕਹਿ ਰਹੇ ਹਨ ਦੇ ਨਿਮਾਣੀ। ਨਿਮਾਣੀ ਦਾ ਅਰਥ ਅਸੀਂ, ਦੇਹ ਦਾ ਅਰਥ ਤਾਂ ਸਰੀਰ ਹੈ ਤੇ ਨਿਮਾਣੀ ਦਾ ਅਰਥ ਅਸੀਂ ਆਮ ਤੌਰ ਤੇ ਇਹਨੂੰ ਨਿਮਰਤਾ ਦੇ ਸ਼ਬਦਾਂ ਦੇ ਵਿੱਚ ਵੀ ਵਰਤ ਲੈਂਦੇ ਹਾਂ ਕਿ ਉਹ ਬੰਦਾ ਤੇ ਬੜਾ ਨਿਮਾਣਾ ਹੈ, ਬੜਾ ਨਿਮਾਣਾ ਬਣ ਕੇ ਗੱਲ ਕਰਦਾ ਹੈ। ਪਰ ਨਿਮਾਣਾ ਦਾ ਅਸਲ ਅਰਥ ਇਹ ਹੁੰਦਾ ਹੈ ਕਿ ਉਹ ਜਿਹਦੇ ਕੋਲ ਕੁਝ ਮਾਣ ਕਰਨ ਲਈ ਨਹੀਂ ਹੈ, ਨਿਆਸਰਾ ਜਿਹਨੂੰ ਕਹਿ ਦਿੰਦੇ, ਬਿਲਕੁਲ ਹੌਲਾ ਜਿਹਾ ਬੰਦਾ ਜਿਹਦੇ ਹੱਥ ਪੱਲੇ ਅਸੀਂ ਕਹਿੰਦੇ ਆ ਕੁਝ ਨਹੀਂ ਹੁੰਦਾ, ਤਾਂ ਉਹਨੂੰ ਨਿਮਾਣਾ ਕਹਿੰਦੇ। ਤਾਂ ਸਤਿਗੁਰੂ ਜੀ ਇੱਥੇ ਸਾਡੀ ਦੇਹ ਨੂੰ ਉਸੇ ਅਵਸਥਾ ਦੇ ਵਿੱਚ ਹੀ ਦੱਸ ਰਹੇ ਹਨ ਕਿ ਦੇਹ ਬਿਲਕੁਲ ਨਿਆਸਰੀ ਹੈ, ਬਿਲਕੁਲ ਨਿਮਾਣੀ ਹੈ, ਉਹਦਾ ਆਪਣਾ ਕੋਈ ਬਲ ਨਹੀਂ, ਉਹਦੇ ਆਪਣੇ ਵਿੱਚ ਕੋਈ ਸਮਰੱਥਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਪ੍ਰਭੂ ਦੇ ਨਾਲ ਪ੍ਰੀਤ ਨਹੀਂ ਹੈ ਤਾਂ ਸਾਡੀ ਦੇਹ ਬਿਲਕੁਲ ਨਿਕੰਮੀ ਹੈ, ਨਿਮਾਣੀ ਹੈ, ਇਹਦੇ ਵਿੱਚ ਕੁਝ ਵੀ ਸਮਰੱਥਾ ਨਹੀਂ, ਇਹ ਕਿਸੇ ਜੋਗੀ ਨਹੀਂ ਹੈ। ਆਪਾਂ ਇਹੋ ਸਮਝ ਲਈ। ਹੁਣ ਸਤਿਗੁਰੂ ਜੀ ਨੇ ਜਿਸ ਦੇਹ ਦੀ ਗੱਲ ਕੀਤੀ ਹੈ, ਉਸ ਦੇਹ ਨੂੰ ਤਾਂ ਅਸੀਂ ਬਹੁਤ ਕੁਝ ਸਮਝਦੇ ਹਾਂ, ਇਹਦੇ ਤੇ ਬੜਾ ਮਾਣ ਕਰਦੇ ਹਾਂ, ਇਹਨੂੰ ਸਜਾਉਣ ਸਵਾਰਨ ਉੱਤੇ ਵੀ ਬੜਾ ਜ਼ੋਰ ਲਗਾਉਂਦੇ ਹਾਂ। ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਦੇ ਵਿੱਚ ਦੇਖੀਏ ਤਾਂ ਜਿਹੜੀ ਆਪਣੀ ਦੇਹ ਹੈ, ਅਸੀਂ ਇਹਦੇ ਉੱਤੇ ਪਤਾ ਨਹੀਂ ਕਿਤਨਾ ਸਮਾਂ, ਕਿਤਨਾ ਪੈਸਾ ਖਰਚਦੇ ਹਾਂ, ਕਿਤਨਾ ਇਹਨੂੰ ਸਵਾਰਨ ਦਾ, ਇਹਨੂੰ ਸਜਾਉਣ ਦਾ, ਸ਼ਿੰਗਾਰਨ ਦੇ ਉੱਤੇ ਬੜਾ ਅਸੀਂ ਸਮਾਂ ਲਗਾਉਂਦੇ ਹਾਂ। ਪਰ ਸਤਿਗੁਰੂ ਜੀ ਇੱਥੇ ਕੀ ਕਹਿ ਰਹੇ ਹਨ ਕਿ ਇਹ ਦੇਹ ਜਿਹੜੀ ਹੈ ਬਿਲਕੁਲ ਨਿਆਸਰੀ ਜਿਹੀ, ਹੌਲੀ ਜਿਹੀ, ਨਿਮਾਣੀ ਜਿਹੀ, ਜਿਹਦੇ ਵਿੱਚ ਕੋਈ ਸਮਰੱਥਾ ਨਾ ਹੋਵੇ, ਤੇ ਉਹ ਨਿਮਾਣੀ ਹੈ ਜੇ ਉਸ ਦੇ ਅੰਦਰ ਪ੍ਰਭੂ ਦੀ ਪ੍ਰੀਤ ਨਹੀਂ। ਹੁਣ ਸਤਿਗੁਰੂ ਜੀ ਅੱਗੇ ਕਹਿੰਦੇ ਹਨ, ਹੋਰ ਸਾਨੂੰ ਸਮਝਾਉਂਦੇ ਹਨ ਕਿ ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਜੇ ਇਸ ਦੇ ਅੰਦਰ ਉਸ ਪ੍ਰਭੂ ਦੀ ਪ੍ਰੀਤ ਨਹੀਂ ਹੈ ਤਾਂ ਫਿਰ ਕਿਆ ਕਰੇ ਵਿਚਾਰੀਆ। ਇਹ ਨਿਮਾਣੀ ਦੇਹ ਫਿਰ ਕੀ ਕਰੇ? ਕੀ ਕਰੇ ਮਤਲਬ ਕੁਝ ਵੀ ਨਹੀਂ ਕਰ ਰਹੀ ਹੈ। ਫਿਰ ਜਿਹੜਾ ਅਸਲ ਕੰਮ ਹੈ ਉਹ ਤੇ ਅਸੀਂ ਕਰ ਨਹੀਂ ਰਹੇ, ਫਿਰ ਅਸੀਂ ਨਕਾਰੇ ਕੰਮ ਹੀ ਕਰਦੇ ਹਾਂ, ਉਹ ਕੰਮ ਕਰਦੇ ਹਾਂ ਜਿਹੜੇ ਸਾਡੇ ਕਿਸੇ ਕੰਮ ਨਹੀਂ ਆਉਣੇ। ਨਿਕਾਰੇ ਕੰਮ ਕਰ ਰਹੀ ਹੈ। ਕਿਆ ਕਰੇ ਦਾ ਮਤਲਬ ਇਹ ਨਹੀਂ ਕਿ ਉਹ ਕੀ ਕਰੇ,
ਉਹ ਕੀ ਕਰੇ ਦਾ ਮਤਲਬ ਇਹ ਹੈ ਕਿ ਜੇ ਉਹਦੇ ਅੰਦਰ ਉਸਦੀ ਲਿਵ ਨਹੀਂ ਜੁੜੀ, ਤਾਂ ਫਿਰ ਜੇ ਬਿਨਾਂ ਲਿਵ ਦੇ ਅਗਰ ਉਹ ਕੁਝ ਕਰੇਗੀ ਤਾਂ ਫਿਰ ਕੀ ਕਰੇ? ਭਾਵ ਉਹਨੂੰ ਪਤਾ ਹੀ ਨਹੀਂ ਕਿ ਕੀ ਕਰਨਾ ਹੈ, ਤਾਂ ਉਹ ਕੀ ਕਰੇਗੀ? ਭਾਵ ਕੁਝ ਵੀ ਨਹੀਂ ਕਰੇਗੀ। ਜੇ ਕਰੇਗੀ ਕੁਝ ਤਾਂ ਬਿਲਕੁਲ ਨਿਕੰਮੇ ਕੰਮ, ਨਕਾਰੇ ਜਿਹੇ ਕੰਮ ਕਰੇਗੀ, ਜਿਨ੍ਹਾਂ ਦਾ ਸਾਨੂੰ ਆਪਣੇ ਜੀਵਨ ਦੇ ਵਿੱਚ, ਜੋ ਸਾਡਾ ਅਸਲੀ ਜੀਵਨ ਹੈ, ਆਤਮਿਕ ਜੀਵਨ, ਉਸ ਜੀਵਨ ਦੇ ਵਿੱਚ ਕੋਈ ਲਾਭ ਨਹੀਂ। ਤੇ ਵਿਚਾਰੀਆ ਦਾ ਫਿਰ ਉਹੀ ਅਰਥ ਹੈ ਕਿ ਉਹ ਬਿਲਕੁਲ ਵਿਚਾਰੀ ਜਿਹੀ ਹੈ, ਉਹ ਬਿਲਕੁਲ ਨਿਕਾਰੀ ਜਿਹੀ ਹੈ, ਨਿਆਸਰੀ ਜਿਹੀ ਹੈ। ਨਿਆਸਰੀ ਜਿਹੀ ਕਿਉਂ ਹੈ? ਕਿਉਂਕਿ ਉਹਨੂੰ ਇਹ ਪਤਾ ਹੀ ਨਹੀਂ ਹੈ ਕਿ ਮੈਂ ਕਰਨਾ ਹੈ ਤੇ ਕੀ ਕਰਨਾ। ਹੁਣ ਇੱਥੇ ਸਤਿਗੁਰੂ ਜੀ ਨੇ ਲਿਵ ਦਾ ਸ਼ਬਦ ਵਰਤਿਆ ਹੈ। ਲਿਵ ਐਸੀ ਚੀਜ਼ ਹੈ ਜਿਹੜੀ ਸਾਨੂੰ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਲੋੜੀਂਦੀ ਹੁੰਦੀ। ਅਸੀਂ ਦੁਨਿਆਵੀ ਤੌਰ ਤੇ ਹੀ ਦੇਖ ਲਈਏ, ਇਹਨੂੰ ਅਸੀਂ ਹੋਰ ਲਫ਼ਜ਼ਾਂ ਦੇ ਨਾਲ ਵੀ ਦੱਸਦੇ ਹਾਂ ਕਿ ਧਿਆਨ ਲੱਗਣਾ, ਜਾਂ ਕਹਿੰਦੇ ਆ ਕਿ ਧਿਆਨ ਨਾਲ ਸੁਣਨਾ, ਜਾਂ ਕੋਈ ਕੰਮ ਕਰਨਾ ਤੇ ਉਹ ਧਿਆਨ ਨਾਲ ਜਾਂ ਲਗਨ ਦੇ ਨਾਲ ਕਰਨਾ। ਅਸੀਂ ਇਸ ਤਰ੍ਹਾਂ ਦੇ ਲਫ਼ਜ਼ ਵੀ ਵਰਤ ਦਿੰਦੇ ਹਾਂ ਕਿ ਸੁਰਤੀਆਂ ਬਿਰਤੀਆਂ ਇਕਾਗਰ ਕਰੋ, ਖਿੰਡਰੀਆਂ ਹੋਈਆਂ ਸੁਰਤੀਆਂ ਬਿਰਤੀਆਂ ਨੂੰ ਸੰਭਾਲੋ। ਇਹ ਦੁਨਿਆਵੀ ਕੰਮਾਂ ਲਈ ਵੀ ਅਸੀਂ ਇਹ ਸਾਰੀਆਂ ਗੱਲਾਂ ਕਰਦੇ ਹਾਂ ਕਿ ਜਦੋਂ ਤੱਕ ਅਸੀਂ ਇੱਕ ਪਾਸੇ ਫੋਕਸ ਨਹੀਂ ਕਰਦੇ, ਭਾਵ ਅਸੀਂ ਇਕਾਗਰ ਨਹੀਂ ਹੋ ਜਾਂਦੇ, ਇੱਕ ਪਾਸੇ ਸਾਡਾ ਧਿਆਨ ਨਹੀਂ ਲੱਗ ਜਾਂਦਾ, ਤੇ ਉਦੋਂ ਤੱਕ ਅਸੀਂ ਦੁਨਿਆਵੀ ਜ਼ਿੰਦਗੀ ਦੇ ਵਿੱਚ ਵੀ ਕੁਝ ਵੀ ਅਚੀਵ ਨਹੀਂ ਕਰ ਸਕਦੇ। ਹਰ ਥਾਂ ਤੇ ਅਸੀਂ ਫੇਲ ਹੁੰਦੇ ਹਾਂ। ਮਤਲਬ ਭਾਵੇਂ ਪੜ੍ਹਾਈ ਦਾ ਮਸਲਾ ਹੋਵੇ, ਬਿਜ਼ਨਸ ਦਾ ਹੋਵੇ, ਨੌਕਰੀ ਦਾ ਹੋਵੇ, ਗੱਲ ਕਿ ਕੋਈ ਵੀ ਕੰਮ ਅਸੀਂ ਜ਼ਿੰਦਗੀ ਵਿੱਚ ਉਦੋਂ ਤੱਕ ਸਫਲਤਾ ਨਾਲ ਨਹੀਂ ਕਰ ਸਕਦੇ ਜਦੋਂ ਤੱਕ ਸਾਡੇ ਵਿੱਚ ਉਹ ਇਕਾਗਰਤਾ ਨਹੀਂ ਹੈ, ਤੇ ਜਦੋਂ ਤੱਕ ਸਾਡੇ ਵਿੱਚ ਉਹ ਧਿਆਨ ਲਗਾਉਣ ਦੀ ਸਮਰੱਥਾ, ਆਪਣੇ ਆਪ ਨੂੰ ਸਮਰਪਣ ਕਰਨ ਦੀ ਉਸ ਕੰਮ ਦੇ ਪ੍ਰਤੀ, ਉਹ ਚੀਜ਼ ਸਾਡੇ ਵਿੱਚ ਨਹੀਂ ਹੁੰਦੀ, ਤਾਂ ਅਸੀਂ ਕਿਸੇ ਕੰਮ ਦੇ ਵਿੱਚ ਸਫਲਤਾ ਨਹੀਂ ਪ੍ਰਾਪਤ ਕਰ ਸਕਦੇ। ਜੇ ਅਸੀਂ ਆਪਣੇ ਸੰਸਾਰਿਕ ਜੀਵਨ ਨੂੰ ਹੀ ਦੇਖ ਲਈਏ, ਤੇ ਸਾਰੇ ਜੀਵਨ ਦੇ ਵਿੱਚ ਜਦੋਂ ਵੀ ਅਸੀਂ ਅਸਫਲ ਹੋਏ ਹਾਂ, ਤੇ ਅੱਜ ਅਸੀਂ ਉਹਦਾ ਅਗਰ ਐਨਾਲਿਸਿਸ ਕਰੀਏ ਤੇ ਉਹਦਾ ਮੁੱਖ ਕਾਰਨ ਇਹ ਹੋਏਗਾ ਕਿ ਅਸੀਂ ਉਸ ਕੰਮ ਦੇ ਵਿੱਚ ਓਨਾ ਧਿਆਨ ਨਹੀਂ ਦਿੱਤਾ, ਜਾਂ ਕਹਿ ਲਈਏ ਕਿ ਓਨੀ ਲਿਵ ਨਹੀਂ ਲਗਾਈ ਜਿੰਨੀ ਕਿ ਮੈਨੂੰ ਉਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਲਗਾਉਣੀ ਚਾਹੀਦੀ ਸੀ। ਤਾਂ ਜਦੋਂ ਅਸੀਂ ਲਿਵ ਨਹੀਂ ਲਗਾਉਂਦੇ, ਤਾਂ ਫਿਰ ਭਾਵ ਅਸੀਂ ਆਪਣਾ ਧਿਆਨ ਇਕਾਗਰ ਨਹੀਂ ਕਰਦੇ, ਆਪਣੀ ਫੋਕਸ ਇੱਕ ਥਾਂ ਦੇ ਉੱਤੇ ਨਹੀਂ ਰੱਖਦੇ, ਉਦੋਂ ਤੱਕ ਸਾਡਾ ਭਾਵੇਂ ਕੋਈ ਵੀ ਕੰਮ ਹੋਵੇ ਅਸੀਂ ਸਫਲ ਨਹੀਂ ਹੋ ਸਕਦੇ। ਤੋ ਇੱਥੇ ਵੀ ਸਤਿਗੁਰੂ ਜੀ ਸਾਨੂੰ ਲਿਵ ਦੇ ਨਾਲ ਹੀ ਗੱਲ ਸਮਝਾ ਰਹੇ ਹਨ ਕਿ ਜਦੋਂ ਤੱਕ ਸਾਡਾ ਇਸ ਜੀਵਨ ਦਾ ਮਨੋਰਥ, ਆਤਮਿਕ ਜੀਵਨ ਦਾ ਮਨੋਰਥ, ਜੋ ਪ੍ਰਭੂ ਜੀ ਹਨ, ਅਕਾਲ ਪੁਰਖ ਹੈ, ਜਦੋਂ ਤੱਕ ਸਾਡੀ ਉਹਦੇ ਨਾਲ ਪ੍ਰੀਤ ਨਹੀਂ ਬਣੀ, ਤੇ ਫਿਰ ਅਸੀਂ ਜੋ ਮਰਜ਼ੀ ਕਰਦੇ ਰਹੀਏ, ਜਿੰਨੇ ਮਰਜ਼ੀ ਕੰਮ ਕਰਦੇ ਰਹੀਏ, ਜਿੰਨੀ ਮਰਜ਼ੀ ਭੱਜ ਦੌੜ ਸਾਰਾ ਕੁਝ ਕਰਦੇ ਰਹੀਏ, ਪਰ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਿਉਂਕਿ ਜਦ ਤੱਕ ਅਸੀਂ ਆਪਣੇ ਟੀਚੇ ਵੱਲ ਨਹੀਂ ਕਦਮ ਚੁੱਕ ਰਹੇ, ਸਾਡਾ ਜੋ ਟਾਰਗੇਟ ਹੈ ਅਸੀਂ ਉਧਰ ਨਹੀਂ ਤੁਰ ਰਹੇ, ਅਸੀਂ ਜੋ ਅਚੀਵ ਕਰਨਾ ਉਧਰ ਅਸੀਂ ਕਦਮ ਨਹੀਂ ਵਧਾ ਰਹੇ, ਸਾਡਾ ਧਿਆਨ ਹੀ ਨਹੀਂ ਹੈ ਉਧਰ, ਤਾਂ ਫਿਰ ਅਸੀਂ ਜੋ ਵੀ ਕਰਾਂਗੇ ਉਹ ਇੱਕ ਹੈਫੇਜ਼ਰਡ ਰੈਂਡਮ ਜਿਹਾ ਕੰਮ ਹੋਏਗਾ। ਫਿਰ ਸਾਡੇ ਕਿਸੇ ਵੀ ਕੰਮ ਉਹ ਚੀਜ਼ ਨਹੀਂ ਆਏ। ਇਹ ਜਿਵੇਂ ਦੁਨਿਆਵੀ ਸਾਡਾ ਐਕਸਪੀਰੀਅੰਸ ਕਹਿੰਦਾ ਹੈ, ਉਸੇ ਤਰ੍ਹਾਂ ਹੀ ਸਾਡਾ ਜੋ ਆਤਮਿਕ ਸਫ਼ਰ ਹੈ ਉਹਦੇ ਵਿੱਚ ਵੀ ਇਹ ਚੀਜ਼ ਓਨੀ ਹੀ ਜ਼ਰੂਰੀ ਹੈ। ਇਹ ਗੱਲ ਸਤਿਗੁਰੂ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਤੱਕ ਸਾਡੀ ਲਿਵ ਉਸ ਅਕਾਲ ਪੁਰਖ ਦੇ ਨਾਲ ਨਹੀਂ ਜੁੜਦੀ, ਉਦੋਂ ਤੱਕ ਸਾਡੇ ਸਰੀਰ ਦੇ ਕੀਤੇ ਸਾਰੇ ਕੰਮ ਜਿਹੜੇ ਹਨ ਉਹ ਫਿਜ਼ੂਲ ਹਨ। ਕਿਆ ਕਰੇ ਵਿਚਾਰੀ, ਕਿਆ ਕਰੇ ਵਿਚਾਰੀਆ, ਕਿ ਇਹ ਜਿਹੜੀ ਦੇਹ ਜੋ ਕੁਝ ਵੀ ਕਰ ਰਹੀ ਹੈ, ਇਹ ਵਿਚਾਰੀ ਦੇਹ, ਅਸਮਰੱਥ ਦੇ, ਕਮਜ਼ੋਰ ਦੇ, ਇਹ ਜੋ ਕੁਝ ਵੀ ਕਰ ਰਹੀ ਹੈ ਉਹ ਬੇਕਾਰ ਹੈ, ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋ। ਤਾਂ ਫਿਰ ਅਸੀਂ ਇਸ ਮਾਰਗ ਦੇ ਉੱਤੇ ਸਫਲਤਾ ਪ੍ਰਾਪਤ ਕਰਨ ਲਈ ਸਾਨੂੰ ਕਿਸ ਚੀਜ਼ ਦੀ ਲੋੜ ਹੈ? ਹੁਣ ਸਤਿਗੁਰੂ ਅੱਗੇ ਸਮਝਾ ਰਹੇ ਹਨ ਕਿ ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀ। ਸਤਿਗੁਰੂ ਕਹਿੰਦੇ ਹਨ ਕਿ ਬਨਵਾਰੀਆ ਦਾ ਅਰਥ ਹੈ ਇਸ ਜਗਤ ਰੂਪੀ ਬਨ ਦਾ, ਫੁਲਵਾੜੀ ਦਾ, ਵਾੜੀ ਦਾ ਮਾਲਕ ਜੋ ਹੈ ਉਹਨੂੰ ਬਨਵਾਰੀ ਕਿਹਾ ਜਾਂਦਾ ਹੈ। ਤੋ ਇੱਥੇ ਬਨਵਾਰੀਆ ਦਾ ਅਰਥ ਹੈ ਇਸ ਜਗਤ ਦੀ ਵਾੜੀ ਦਾ ਜਿਹੜਾ ਮਾਲਕ ਹੈ, ਭਾਵ ਉਹ ਪ੍ਰਭੂ ਜੀ ਹਨ, ਉਹਨਾਂ ਦੇ ਨਾਲ ਉਹਨਾਂ ਨੂੰ ਐਡਰੈਸ ਕਰ ਰਹੇ ਹਨ ਸਤਿਗੁਰੂ ਜੀ ਕਿ ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀ। ਤੇ ਇਹ ਮੇਰੀ ਜਿਹੜੀ ਨਿਮਾਣੀ ਦੇਹ ਹੈ,
ਹੋਰ ਕੋਈ ਮੇਰੇ ਕੋਲ ਥਾਂ ਨਹੀਂ। ਮੈਂ ਸਿਰਫ ਤੇਰੇ ਅੱਗੇ ਹੀ ਬੇਨਤੀ ਕਰ ਸਕਦਾ ਹਾਂ ਕਿ ਹੇ ਵਾਹਿਗੁਰੂ, ਤੂੰ ਆਪ ਕਿਰਪਾ ਕਰ। ਤੇਰੀ ਕਿਰਪਾ ਦੇ ਨਾਲ ਹੀ ਇਹ ਸਰੀਰ ਜਿਹੜਾ ਹੈ ਉਹ ਸੁਚੱਜੇ ਪਾਸੇ ਲੱਗ ਸਕਦਾ ਹੈ। ਭਾਵ ਕਿ ਜੇ ਸਾਡੀ ਵੀ ਲਿਵ ਉਸ ਤਰ੍ਹਾਂ ਜੁੜ ਜਾਵੇ ਪ੍ਰਭੂ ਦੇ ਨਾਲ, ਤੇਰੇ ਨਾਲ, ਤਾਂ ਫਿਰ ਇਹ ਸੁਚੱਜੇ ਪਾਸੇ ਲੱਗ ਜਾਏ। ਤੇ ਤੂੰ ਕਿਰਪਾ ਕਰ। ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਤੁਧ ਬਾਝ ਸਮਰੱਥ ਕੋਈ ਨਹੀਂ। ਤੇਰੇ ਤੋਂ ਬਿਨਾਂ ਹੋਰ ਕਿਸੇ ਦੇ ਵਿੱਚ ਸਮਰੱਥਾ ਨਹੀਂ ਹੈ। ਹੋਰ ਕੋਈ ਐਸੀ ਥਾਂ ਨਹੀਂ ਜਿੱਥੋਂ ਅਸੀਂ ਇਹ ਆਸ ਕਰੀਏ ਕਿ ਇਹ ਸਰੀਰ ਨੂੰ ਸੁਚੱਜੇ ਪਾਸੇ ਸਾਨੂੰ ਸਮੱਤ ਬਖਸ਼ ਕੇ ਉਹ ਲਗਾ ਦੇ। ਤੋ ਸਤਿਗੁਰੂ ਕਹਿ ਰਹੇ ਹਨ ਕਿ ਬਸ ਤੇਰੀ ਸ਼ਰਨ ਦੇ ਵਿੱਚ ਹੀ ਜਾਣਾ ਹੈ। ਮੈਂ ਤੇਰੀ ਸ਼ਰਨ ਦੇ ਵਿੱਚ ਹਾਂ, ਤੂੰ ਸਮਰੱਥ ਹੈ। ਤੂੰ ਇਹ ਕਿਰਪਾ ਕਰ ਤੇ ਸਾਡੇ ਇਸ ਜੀਵਨ ਨੂੰ, ਇਸ ਦੇਹ ਨੂੰ ਸਫਲ ਕਰਨ ਦੇ ਵਿੱਚ ਸਾਡੀ ਮਦਦ ਕਰ। ਅੱਗੇ ਸਤਿਗੁਰੂ ਕਹਿੰਦੇ ਹਨ, ਇਸ ਨੌ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀ। ਹੁਣ ਸ਼ਬਦ ਦਾ ਅਰਥ ਹੈ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼। ਹੁਣ ਇਹ ਹੋਰ ਕੋਈ ਥਾਂ ਨਹੀਂ ਜਿੱਥੋਂ ਅਸੀਂ ਇਹ ਸਮਰੱਥਾ ਮੰਗੀਏ। ਤੂੰ ਇਹ ਸਮਰੱਥਾ ਦੇ ਕਿ ਅਸੀਂ ਗੁਰੂ ਦੇ ਉਪਦੇਸ਼ ਦੇ ਨਾਲ ਲੱਗ ਕੇ ਇਹ ਆਪਣਾ ਜੀਵਨ ਅਸੀਂ ਸੁਧਾਰ ਸਕੀਏ। ਤਾਂ ਭਾਵ ਇਹ ਹੈ ਕਿ ਜੇ ਅਸੀਂ ਪ੍ਰਭੂ ਚਰਨਾਂ ਦੇ ਨਾਲ ਜੁੜਨਾ ਹੈ, ਸਾਚੀ ਲਿਵ ਹੈ, ਉਹ ਸੱਚੇ ਪ੍ਰਭੂ ਦੇ ਨਾਲ ਆਪਣੀ ਲਿਵ ਜੋੜਨੀ ਹੈ, ਤਾਂ ਫਿਰ ਰਸਤਾ ਸਤਿਗੁਰੂ ਜੀ ਸਮਝਾ ਰਹੇ ਹਨ, ਸ਼ਬਦ ਲਾਗ ਸਵਾਰੀਆ। ਫਿਰ ਅਸੀਂ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ, ਸਵਾਰ ਸਕਦੇ ਹਾਂ। ਕਿਵੇਂ? ਗੁਰੂ ਦੀ ਦੱਸੀ ਹੋਈ ਸਿੱਖਿਆ ਦੇ ਉੱਤੇ ਚੱਲ ਕੇ। ਤੇ ਸਤਿਗੁਰੂ ਜੀ ਬੇਨਤੀ ਕਰ ਰਹੇ ਹਨ ਕਿ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਇਹ ਜੀਵਨ ਸਵਰ ਸਕਦਾ ਹੈ। ਹੋਰ ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਅਸੀਂ ਬੇਨਤੀ ਕਰੀਏ ਕਿ ਉਹ ਸਾਡੇ ਤੇ ਕਿਰਪਾ ਕਰੇ ਤੇ ਸਾਨੂੰ ਗੁਰੂ ਦੀ ਸਿੱਖਿਆ ਦੇ ਨਾਲ ਜੋੜ ਦੇਵੇ ਤਾਂ ਕਿ ਅਸੀਂ ਆਪਣਾ ਜੀਵਨ ਸਵਾਰ ਰਹੀਏ। ਕਿਉਂਕਿ ਸਾਡੇ ਜੀਵਨ ਦੇ ਵਿੱਚ ਉਹ ਇਕਾਗਰਤਾ, ਉਹ ਲਿਵ ਨਹੀਂ ਹੈ ਜਿਹੜੀ ਇਸ ਦੇਹੀ ਨੂੰ ਕਿਸੇ ਕੰਮ ਲਾ ਸਕਦੀ ਹੈ। ਕਹੈ ਨਾਨਕ ਲਿਵੈ ਬਾਝੋਂ ਕਿਆ ਕਰੇ ਵਿੱਚ। ਤਾਂ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਸਾਨੂੰ ਸਮਝਾ ਰਹੇ ਹਨ, ਉਹ ਇਹ ਹੈ ਕਿ ਜੇ ਸਾਡੀ ਲਿਵ, ਸਾਡਾ ਧਿਆਨ ਪ੍ਰਭੂ ਚਰਨਾਂ ਦੇ ਨਾਲ ਨਹੀਂ ਜੁੜਿਆ ਤਾਂ ਫਿਰ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਹ ਨਿਰਾਰਥਕ ਹੈ, ਉਹ ਵਿਅਰਥ ਹੈ। ਕਿਉਂਕਿ ਜੇ ਅਸੀਂ ਪ੍ਰਭੂ ਦੇ ਨਾਲ ਨਹੀਂ ਜੁੜੇ ਤਾਂ ਫਿਰ ਅਸੀਂ ਮਾਇਆ ਦੀ ਭੱਜ ਦੌੜ ਦੇ ਵਿੱਚ ਹੀ ਲੱਗੇ ਰਹਿੰਦੇ। ਤੇ ਦੂਸਰੀ ਗੱਲ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਈ ਹੈ ਕਿ ਜੇਕਰ ਪ੍ਰਭੂ ਜੀ ਕਿਰਪਾ ਕਰਨ ਔਰ ਅਸੀਂ ਗੁਰੂ ਦੀ ਸਿੱਖਿਆ ਦੇ ਵਿੱਚ ਲੱਗ ਜਾਈਏ, ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕਰਨ ਲੱਗ ਜਾਈਏ, ਤਾਂ ਹੀ ਇਹ ਦੇਹੀ ਕਿਸੇ ਕੰਮ ਦੀ ਬਣ ਸਕਦੀ ਹੈ। ਭਾਵ ਸਾਡਾ ਜੀਵਨ ਸਫਲ ਹੋ ਸਕਦਾ ਹੈ। ਤੋ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਜੋ ਸਾਨੂੰ ਗੱਲਾਂ ਸਮਝਾਈਆਂ ਹਨ ਕਿ ਜੀਵਨ ਸਫਲ ਕਰਨ ਲਈ ਲਿਵ ਲੱਗਣੀ ਜ਼ਰੂਰੀ ਹੈ। ਇਹ ਇੱਕ ਜਨਰਲ ਪ੍ਰਿੰਸੀਪਲ ਹੈ ਜਿਹੜਾ ਸਤਿਗੁਰੂ ਜੀ ਸਾਨੂੰ ਦ੍ਰਿੜ ਕਰਾ ਰਹੇ ਹਨ। ਤੇ ਜਦੋਂ ਲਿਵ ਮੰਜ਼ਿਲ ਨਾਲ ਨਹੀਂ ਜੁੜੀ ਹੁੰਦੀ, ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਅਸੀਂ ਸੰਸਾਰਕ ਜੀਵਨ ਵਿੱਚ ਵੀ ਨਹੀਂ ਸਫਲ ਹੋ ਸਕਦੇ। ਜਦੋਂ ਸਾਡਾ ਧਿਆਨ ਆਪਣੇ ਟੀਚੇ ਵੱਲ ਨਹੀਂ ਹੁੰਦਾ, ਅਸੀਂ ਕੋਈ ਕੰਮ ਕਰ ਰਹੇ ਹੋਈਏ, ਅਸੀਂ ਫਾਲਤੂ ਦੇ ਇੱਧਰ ਉੱਧਰ ਦੇ ਕੰਮ ਕਰ ਰਹੇ ਹੁੰਦੇ ਆ। ਵੀ ਆਰ ਜਸਟ ਫਲੋਇੰਗ ਵਿਦ ਦਾ ਫਲੋ। ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਜਾਣਾ ਕਿੱਧਰ ਹੈ ਤੇ ਅਸੀਂ ਰੁੜ ਰਹੇ ਹੁੰਦੇ ਹਾਂ। ਜਿਵੇਂ ਨਦੀ ਦਾ ਜਲ ਵਗ ਰਿਹਾ, ਹੜ੍ਹ ਆਇਆ ਹੋਇਆ, ਅਸੀਂ ਉਹਦੇ ਚ ਰੁੜੇ ਜਾ ਰਹੇ ਹਾਂ, ਸਾਡੇ ਕੰਟਰੋਲ ਵਿੱਚ ਕੁਛ ਨਹੀਂ। ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਵਿਚਰਦੇ ਹੋਏ ਸਾਡੀ ਹਾਲਤ ਐਸੀ ਹੀ ਹੋ ਜਾਂਦੀ ਹੈ, ਕਿਉਂਕਿ ਸਾਨੂੰ ਆਪਣਾ ਪਤਾ ਹੀ ਨਹੀਂ ਹੈ ਕਿ ਅਸੀਂ ਜਾਣਾ ਕਿੱਥੇ ਹੈ। ਤੇ ਇਹ ਜਿਹੜਾ ਤਰੀਕਾ ਹੈ, ਇਹ ਜੀਵਨ ਨੂੰ ਵਿਅਰਥ ਕਰਨ ਦਾ ਤਰੀਕਾ ਹੈ। ਆਤਮਿਕ ਜੀਵਨ ਦੇ ਵਿੱਚ ਵੀ ਸਤਿਗੁਰੂ ਕਹਿ ਰਹੇ ਹਨ ਕਿ ਬਿਲਕੁਲ ਉਹੀ ਚੀਜ਼ ਹੈ। ਜਦੋਂ ਤੱਕ ਅਸੀਂ ਆਪਣੀ ਮੰਜ਼ਿਲ ਨਾਲ, ਉਸ ਪ੍ਰਭੂ ਜੀ ਨਾਲ, ਅਕਾਲ ਨਾਲ, ਵਾਹਿਗੁਰੂ ਨਾਲ ਨਹੀਂ ਜੁੜੇ, ਇਕਾਗਰ ਨਹੀਂ ਹੋਏ, ਤੇ ਸਾਡੀ ਹਾਲਤ ਉਸ ਰੁੜੇ ਜਾਂਦੇ ਵਿਚਾਰੇ ਵਿਅਕਤੀ ਦੀ ਵਰਗੀ ਹੈ ਕਿ ਲਿਵੈ ਬਾਝੋਂ ਕਿਆ ਕਰੇ ਵਿਚਾਰੀ। ਤਾਂ ਜੀਵਨ ਦੇ ਵਿੱਚ ਇੱਥੇ ਸਤਿਗੁਰੂ ਜੀ ਸਾਨੂੰ ਜਿਹੜੀ ਗੱਲ ਸਮਝਾ ਰਹੇ ਹਨ ਕਿ ਜੀਵਨ ਦੇ ਵਿੱਚ ਦੋ ਚੀਜ਼ਾਂ ਹਨ, ਰਸਤੇ ਹੀ ਦੋ ਹਨ। ਇੱਕ ਪਾਸੇ ਪ੍ਰਭੂ ਜੀ ਹਨ ਤੇ ਦੂਜੇ ਪਾਸੇ ਪ੍ਰਭੂ ਜੀ ਦਾ ਬਣਾਇਆ ਹੋਇਆ ਇਹ ਸਾਰੀ ਰਚਨਾ ਹੈ ਸੰਸਾਰ। ਜੇ ਅਸੀਂ ਪ੍ਰਭੂ ਜੀ ਦੇ ਨਾਲ ਨਹੀਂ ਜੁੜੇ ਹੁੰਦੇ ਤਾਂ ਬਾਕੀ ਜੋ ਕੁਝ ਵੀ ਹੈ, ਉਹ ਜਿਹੜੀ ਇਹ ਰਚਨਾ ਹੈ, ਇਹ ਜੋ ਸਾਨੂੰ ਦਿਸ ਰਿਹਾ ਜਗਤ ਹੈ,
ਅਸੀਂ ਫਿਰ ਇਹਦੇ ਵਿੱਚ ਹੀ ਖਚਤ ਹੋਏ ਹੁੰਦੇ। ਇਸੇ ਨੂੰ ਹੀ ਮਾਇਆ ਕਿਹਾ ਗਿਆ ਹੈ, ਕਿਉਂਕਿ ਅਨੇਕਾਂ ਕਿਸਮਾਂ ਦੀ ਹੈ, ਬੜੀ ਮਨ ਨੂੰ ਲੁਭਾਉਣ ਵਾਲੀ ਹੈ, ਆਪਣੀ ਖਿੱਚ ਰੱਖਦੀ ਹੈ, ਸਾਨੂੰ ਬਾਰ-ਬਾਰ ਆਪਣੇ ਵੱਲ ਖਚਤ ਕਰ ਲੈਂਦੀ ਹੈ। ਖਿੱਚੇ ਜਾਂਦੇ ਹਾਂ, ਇੰਨੇ ਕੁ ਖਿੱਚੇ ਜਾਂਦੇ ਹਾਂ ਕਿ ਅਸੀਂ ਬਸ ਇਸ ਮਾਇਆ ਦੇ ਹੜ ਦੇ ਅੱਗੇ ਅਸੀਂ ਰੁੜਦੇ ਹੀ ਜਾਂਦੇ ਹਾਂ, ਥਪੇੜੇ ਖਾਂਦੇ ਜਾਂਦੇ ਹਾਂ ਤੇ ਅੰਤ ਨੂੰ ਇਸੇ ਵਿੱਚ ਹੀ ਡੁੱਬ ਜਾਂਦੇ। ਤਾਂ ਰਸਤੇ ਦੋ ਹੀ ਹਨ, ਜਾਂ ਤੇ ਅਸੀਂ ਪ੍ਰਭੂ ਜੀ ਨਾਲ ਜੁੜ ਜਾਈਏ, ਪ੍ਰਭੂ ਜੀ ਨਾਲ ਜੁੜ ਜਾਈਏ ਤੇ ਫਿਰ ਅਸੀਂ ਮਾਇਆ ਦੇ ਵਿੱਚ ਇਸ ਤਰ੍ਹਾਂ ਬੇਵੱਸ ਹੋ ਕੇ ਨਹੀਂ ਰੁੜਾਂਗੇ। ਫਿਰ ਅਸੀਂ ਹਰ ਮਾਇਆ ਦੇ ਵਿੱਚ ਹੁੰਦੇ ਹੋਏ ਵੀ ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ, ਕੀ ਅਚੀਵ ਕਰਨਾ ਹੈ, ਤੇ ਉਹਦੇ ਹਿਸਾਬ ਨਾਲ ਅਸੀਂ ਆਪਣੇ ਜੀਵਨ ਨੂੰ ਬਣਾਵਾਂਗੇ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਦੋਂ ਤੱਕ ਅਸੀਂ ਮਾਇਆ ਦੇ ਵਿੱਚ ਰੁੜ ਰਹੇ ਹਾਂ ਤੇ ਉਦੋਂ ਤੱਕ ਅਸੀਂ ਕੁਝ ਨਹੀਂ ਕਰ ਸਕਦੇ। ਤੇ ਇਸ ਮਾਇਆ ਦੇ ਜਿਹੜਾ ਰੁੜਦੇ ਜਾ ਰਹੇ ਹਾਂ ਹੜ ਦੇ ਵਿੱਚ, ਉਹਦੇ ਤੋਂ ਬਚਣ ਦਾ ਢੰਗ ਕੀ ਹੈ? ਹੁਣ ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਤੁਧ ਬਾਝ ਸਮਰੱਥ ਕੋਈ ਨਾ ਹੈ। ਅਸੀਂ ਆਪਣੇ ਯਤਨ ਨਾਲ ਨਹੀਂ ਇਹਦੇ ਚੋਂ ਬਚ ਸਕਦੇ। ਮਾਇਆ ਦੀਆਂ ਘੁੰਮਣ ਘੇਰੀਆਂ ਵਿੱਚੋਂ ਅਸੀਂ ਸਿਰਫ ਆਪਣੇ ਯਤਨਾਂ ਨਾਲ, ਆਪਣੇ ਗਿਆਨ ਨਾਲ ਅਸੀਂ ਨਹੀਂ, ਆਪਣੀਆਂ ਚਲਾਕੀਆਂ ਨਾਲ ਨਹੀਂ ਬਚ ਸਕਦੇ। ਨਿਕਲ ਅਸੀਂ ਤਾਂ ਹੀ ਸਕਦੇ ਹਾਂ ਕਿ ਜਦੋਂ ਜਗਤ ਦਾ ਮਾਲਕ ਬਨਵਾਰੀ ਪ੍ਰਭੂ ਆਪ ਹੀ ਕਿਰਪਾ ਕਰੇ, ਸਾਨੂੰ ਗੁਰੂ ਨਾਲ ਮਿਲਾ ਦੇਵੇ ਤੇ ਗੁਰੂ ਦੀ ਸਿੱਖਿਆ ਨਾਲ ਸਾਨੂੰ ਜੋੜ ਦੇਵੇ। ਸ਼ਬਦ ਲਾਗ ਸਵਾਰੀ ਹੈ, ਤੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਈਏ ਤੇ ਫਿਰ ਸਾਡੀ ਲਿਵ ਜਿਹੜੀ ਹੈ ਉਹ ਪ੍ਰਭੂ ਦੇ ਨਾਲ ਜੁੜ ਜਾਵੇਗੀ। ਤੇ ਜੁੜ ਜਾਣ ਤੋਂ ਬਾਅਦ ਫਿਰ ਸਾਡਾ ਜੀਵਨ ਸਵਰ ਜਾਵੇਗਾ, ਫਿਰ ਅਸੀਂ ਉਹ ਵਿਚਾਰੇ ਦੀ ਅਵਸਥਾ ਦੇ ਵਿੱਚ ਨਹੀਂ ਰਹੇ। ਸੋ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਅਸੀਂ ਵਿਚਾਰੇ ਹਾਂ, ਤਾਂ ਅਸੀਂ ਉਸ ਪ੍ਰਭੂ ਜੀ ਦੀ ਕਿਰਪਾ ਹੀ ਮੰਗੀਏ। ਕਿਰਪਾ ਕੀ ਮੰਗੀਏ ਕਿ ਹੇ ਵਾਹਿਗੁਰੂ, ਸਾਨੂੰ ਗੁਰੂ ਦੀ ਸ਼ਰਨ ਦੇ, ਗੁਰੂ ਦੀ ਸਿੱਖਿਆ ਉੱਤੇ ਚੱਲਣ ਦਾ ਬਲ ਉਦਮ ਦੇ, ਤਾਂ ਕਿ ਸਾਡੀ ਲਿਵ ਤੇਰੇ ਨਾਲ, ਬਨਵਾਰੀ ਪ੍ਰਭੂ ਦੇ ਨਾਲ ਜੁੜ ਜਾਵੇ। ਅੱਗੇ ਸਤਿਗੁਰੂ ਜੀ ਅਗਲੀ ਪੌੜੀ ਦੇ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣੇ। ਹੁਣ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਆਨੰਦ ਦਾ ਵਿਸ਼ਾ ਲਿਆ ਹੈ, ਤੇ ਆਨੰਦ ਸ਼ਬਦ ਇਹਦੇ ਵਿੱਚ ਕਈ ਵਾਰੀ ਆਇਆ ਹੈ। 5-6 ਵਾਰੀ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ। 3 ਵਾਰੀ ਤਾਂ ਪਹਿਲੀ ਪੰਕਤੀ ਦੇ ਵਿੱਚ ਹੀ ਵਰਤ ਲਿਆ ਹੈ, ਫਿਰ ਉਸ ਤੋਂ ਬਾਅਦ ਦੂਜੀ ਵਿੱਚ ਵੀ ਵਰਤਿਆ ਹੈ, ਤੇ ਉਸ ਤੋਂ ਬਾਅਦ ਅਖੀਰ ਦੇ ਉੱਤੇ ਜਾ ਕੇ ਫਿਰ 2 ਵਾਰੀ ਵਰਤਿਆ ਹੈ। ਪਰ ਇਹਨਾਂ ਵਿੱਚੋਂ ਕੇਵਲ ਇੱਕ ਵਾਰੀ ਹੈ ਜਦੋਂ ਐੜੇ ਦੇ ਨਾਲ ਕੰਨਾ ਨਹੀਂ ਲੱਗਿਆ ਹੋਇਆ, ਜਦੋਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਕਹੈ ਨਾਨਕ ਇਹ ਆਨੰਦ ਹੈ, ਉਸ ਤੋਂ ਬਾਅਦ ਫਿਰ ਆਨੰਦ ਗੁਰ ਤੇ ਜਾਣਿਆ। ਤੋ ਸਾਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਆਨੰਦ ਜੋ ਹੈ ਇਹਦਾ ਮੂਲ ਸਰੂਪ ਹੈ, ਕੇਵਲ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਨੇ ਕੰਨੇ ਤੋਂ ਬਿਨਾਂ ਆਨੰਦ ਵਰਤਿਆ ਹੈ। ਤੋ ਇਹ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਤੋ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਆਨੰਦ ਆਨੰਦ ਸਭ ਕੋ ਕਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਕਹਿਣ ਨੂੰ ਤਾਂ ਹਰ ਕੋਈ ਕਹਿ ਰਿਹਾ ਹੈ ਕਿ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਹੈ, ਆਨੰਦ ਆਨੰਦ ਮੈਨੂੰ ਮਿਲ ਗਿਆ ਹੈ। ਅਸੀਂ ਵੀ ਇਹੀ ਕਰਦੇ ਹਾਂ। ਸੌਰੀ, ਕੋਈ ਹਾਲ ਚਾਲ ਵੀ ਪੁੱਛ ਲਈਏ ਤਾਂ ਅਸੀਂ ਵੀ ਕਹਿ ਦਿੰਦੇ ਹਾਂ ਜੀ ਆਨੰਦ ਪਰਸਨ। ਪਰ ਸਾਨੂੰ ਕੀ ਆਨੰਦ ਦਾ ਅਰਥ ਵੀ ਪਤਾ ਹੈ? ਸਾਨੂੰ ਪਤਾ ਹੈ ਕਿ ਆਨੰਦ ਹੁੰਦਾ ਕੀ ਹੈ। ਇਹ ਗੱਲ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਕਿ ਹਰ ਕੋਈ ਕਹਿ ਤਾਂ ਦਿੰਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ ਅਸਲ ਆਨੰਦ ਹੈ ਕੀ? ਉਹ ਸਤਿਗੁਰੂ ਜੀ ਕਹਿ ਰਹੇ ਹਨ ਆਨੰਦ ਗੁਰ ਤੇ ਜਾਣੇ। ਹੁਣ ਇਹ ਅੰਡਰਸਟੈਂਡਿੰਗ, ਇਹ ਸੋਝੀ, ਇਹ ਗੁਰੂ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਕਿ ਆਨੰਦ ਕੀ ਹੈ। ਜਾਣਿਆਂ ਦਾ ਭਾਵ ਹੈ ਕਿ ਮੈਂ ਜਾਣ ਲਵਾਂ। ਜਾਣਿਆਂ ਦਾ ਭਾਵ ਦੂਜਾ ਇਹ ਵੀ ਹੈ ਕਿ ਜਾਣਿਆ ਤਾਂ ਹੀ ਜਾ ਸਕਦਾ ਹੈ ਜਦੋਂ ਮੈਂ ਆਨੰਦ ਪ੍ਰਾਪਤ ਕਰਾਂ, ਕਿਉਂਕਿ ਇਹ ਚੀਜ਼ਾਂ ਤੇ ਅਕੱਥ ਹਨ, ਇਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੋ ਇਹ ਸਾਨੂੰ ਐਕਸਪੀਰੀਅੰਸ ਕਰਨਾ ਪਵੇਗਾ, ਇਹਦਾ ਤਜਰਬਾ ਖੁਦ ਕਰਨਾ ਪਵੇਗਾ, ਤਾਂ ਸਾਨੂੰ ਇਹ ਸਮਝ ਲੱਗੇਗੀ। ਤੇ ਉਹ ਕਰਨ ਦੇ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਉਹ ਗੁਰੂ ਦੀ ਸ਼ਰਨ ਦੇ ਵਿੱਚ ਜਾਣ ਦੀ ਲੋੜ ਹੈ, ਕਿਉਂਕਿ ਇਹ ਸਾਨੂੰ ਗੁਰੂ ਹੀ ਆਨੰਦ ਤੱਕ ਲੈ ਕੇ ਜਾ ਆਨੰਦ ਸ਼ਬਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ। ਵੀ ਅਸਲ ਆਨੰਦ ਦੀ ਸੋਝੀ ਤਾਂ ਗੁਰੂ ਤੋਂ ਹੀ ਮਿਲਦੀ ਤਾਂ ਹੈ। ਇੱਥੇ ਸਤਿਗੁਰੂ ਜੀ ਨੇ ਵਿੱਚ ਲਫ਼ਜ਼ ਵਰਤਿਆ ਹੈ ਸਦਾ ਗੁਰ ਤੇ, ਕਿ ਇਹ ਅਸਲ ਆਨੰਦ ਦੀ ਸੋਝੀ ਜਿਹੜੀ ਹੈ ਇਹ ਸਦਾ ਹੀ ਗੁਰੂ ਤੋਂ ਹੀ ਮਿਲਦੀ। ਇਹ ਨਹੀਂ ਕਿ ਸਤਿਗੁਰੂ ਜੀ ਕਿਸੇ ਸਪੈਸੀਫਿਕ ਕੇਸ ਦੀ ਗੱਲ ਕਰ ਰਹੇ ਹਨ, ਇਹ ਸਦਾ ਤੋਂ ਹੀ ਮਿਲਦੀ ਹੈ ਤੇ ਗੁਰੂ ਤੋਂ ਹੀ ਮਿਲਦੀ ਹੈ। ਉਸ ਤੋਂ ਇਲਾਵਾ ਹੋਰ ਇਹਦਾ ਕੋਈ ਸਾਧਨ ਨਹੀਂ ਹੈ। ਉਹੀ ਗੁਰੂ ਆਨੰਦ ਦੇ ਨਾਲ ਸਾਂਝ ਪਾ ਸਕਦਾ ਹੈ, ਭਾਵ ਉਹ ਜਾਣ ਸਕਦਾ ਹੈ, ਇਹਦੀ ਸੋਝੀ ਪ੍ਰਾਪਤ ਕਰ ਸਕਦਾ ਹੈ, ਜਾਂ ਇਉਂ ਕਹਿ ਲਈਏ ਕਿ ਜਿਹੜਾ ਇਹਦਾ ਐਕਸਪੀਰੀਅੰਸ ਪ੍ਰਾਪਤ ਕਰ ਸਕਦਾ ਹੈ, ਜਿਸ ਦੇ ਉੱਤੇ ਕਿਰਪਾ ਕਰੇ ਪਿਆਰੇ। ਹੇ ਮੇਰੇ ਪਿਆਰੇ ਭਾਈ, ਜਾਣ ਹੀ ਹੋ ਸਕਦਾ ਹੈ ਜਿਹਦੇ ਉੱਤੇ ਗੁਰੂ ਕਿਰਪਾ ਕਰੇ, ਕਿਉਂਕਿ ਆਨੰਦ ਦੀ ਸੋਝੀ ਤਾਂ ਪ੍ਰਾਪਤ ਹੀ ਕੇਵਲ ਤੇ ਕੇਵਲ ਗੁਰੂ ਤੋਂ ਹੀ ਹੋ ਸਕਦੀ, ਹੋਰ ਕਿਤੋਂ ਇਹਦੀ ਸੋਝੀ ਪ੍ਰਾਪਤ ਹੀ ਨਹੀਂ ਹੋ ਸਕਦੀ। ਤੇ ਸਤਿਗੁਰੂ ਅੱਗੇ ਕਹਿੰਦੇ ਹਨ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਕਿਲ ਵਿਖ ਦਾ ਅਰਥ ਹੈ ਉਹ ਕਰਮ ਜਿਨ੍ਹਾਂ ਨੂੰ ਅਸੀਂ ਪਾਪ ਕਹਿੰਦੇ ਹਾਂ ਆਮ ਭਾਸ਼ਾ। ਉਹ ਮਾੜੇ ਕਰਮ ਜੋ ਅਸੀਂ ਕਰਦੇ ਹਾਂ, ਜੋ ਸਾਡੇ ਮਨ ਦੇ ਉੱਤੇ ਮਾੜੇ ਸੰਸਕਾਰ ਇੱਕ ਛਾਪ ਛੱਡ ਜਾਂਦੇ ਹਨ, ਔਰ ਉਸ ਛਾਪ ਦਾ ਜਿਹੜਾ ਹੈ ਅਸਰ ਇਹ ਹੁੰਦਾ ਹੈ ਕਿ ਅਸੀਂ ਬਾਰ-ਬਾਰ ਉਹਨਾਂ ਕੰਮਾਂ ਨੂੰ ਕਰਨ ਦੇ ਵਾਸਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜਾਂ ਕਰਦੇ ਰਹਿੰਦੇ, ਉਹਨਾਂ ਨੂੰ ਪਾਪ ਕਿਹਾ ਜਾਂਦਾ। ਤਾਂ ਸਤਿਗੁਰੂ ਕਹਿੰਦੇ ਹਨ ਕਿ ਸਤਿਗੁਰੂ ਜਿਹੜਾ ਹੈ ਮਿਹਰ ਕਰਕੇ ਐਸੇ ਵਡਭਾਗੇ ਪੁਰਖ ਦੇ ਅੰਦਰੋਂ ਕਰ ਕਿਰਪਾ ਕਿਲ ਵਿਖ ਕੱਟੇ, ਉਹਦੇ ਅੰਦਰੋਂ ਪਾਪ ਕੱਟ ਦਿੰਦਾ। ਗਿਆਨ ਅੰਜਨ ਸਾਰਿਆ। ਅੰਜਨ, ਵੈਸੇ ਤਾਂ ਅੰਜਨ ਦਾ ਅਰਥ ਹੁੰਦਾ ਹੈ ਕਾਲਕ, ਜੋ ਦੀਵੇ ਤੋਂ ਜਾਂ ਮੋਮਬੱਤੀ ਤੋਂ ਪੈਦਾ ਹੁੰਦੀ ਹੈ, ਉਹਦੇ ਉੱਤੇ ਕਿਸੇ ਤਰ੍ਹਾਂ ਇਕੱਠੀ ਕਰ ਲਈਏ ਤਾਂ ਉਹ ਕਾਲਕ ਇਕੱਠੀ ਹੋ ਜਾਂਦੀ। ਪਰ ਕਾਲਖ ਦਾ ਪ੍ਰਯੋਗ ਜਿਹੜਾ ਟ੍ਰੈਡੀਸ਼ਨਲੀ ਸਾਡੀ ਸਭਿਅਤਾ ਦੇ ਵਿੱਚ ਇੱਕ ਅੱਖਾਂ ਦੇ ਵਿੱਚ ਪਾਉਣ ਦੇ ਵਾਸਤੇ ਦਵਾਈ ਦੇ ਵਜੋਂ ਕੀਤਾ ਜਾਂਦਾ ਸੀ। ਇਹਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਪਾਈਆਂ ਜਾਂਦੀਆਂ ਸਨ ਜਿਹਦੇ ਨਾਲ ਇਹਦੀ ਮੈਡੀਸਿਨਲ ਵੈਲਿਊ ਬਣ ਜਾਂਦੀ ਸੀ। ਤੋ ਇਸ ਨੂੰ ਸੁਰਮਾ ਅਸੀਂ ਅਕਸਰ ਕਹਿ ਦਿੰਦੇ ਹਾਂ। ਤੋ ਅੰਜਨ ਦਾ ਅਰਥ ਜਿਹੜਾ ਆਮ ਅਸੀਂ ਜੀਵਨ ਦੇ ਵਿੱਚ ਲੈਂਦੇ ਹਾਂ ਉਹ ਸੁਰਮੇ ਤੋਂ ਹੀ ਲੈਂਦੇ। ਇੱਥੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਵੀ ਉਸ ਦੀਆਂ ਅੱਖਾਂ ਦੇ ਵਿੱਚ ਗਿਆਨ ਦਾ ਅੰਜਨ ਸਾਰਿਆ। ਜਿਹੜਾ ਸੁਰਮਾ ਪਾਣ ਨੂੰ ਸੁਰਮਾ ਸਾਰਣਾ ਕਿਹਾ ਜਾਂਦਾ ਸੀ, ਜਾਂ ਸੁਰਮਾ ਸਾਰ ਲਿਆ, ਭਾਵ ਸਵਾਰ ਲਿਆ ਹੈ, ਤਾਂ ਅੰਜਨ ਸਾਰਿਆ। ਤੋ ਇੱਥੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਗਿਆਨ ਦਾ ਅੰਜਨ, ਸਤਿਗੁਰੂ ਕਹਿ ਰਹੇ ਹਨ ਕਿ ਗੁਰੂ ਕਿਰਪਾ ਕਰਕੇ ਆਪਣੇ ਸਿੱਖ ਦੇ ਉੱਤੇ ਉਹਦੇ ਪਾਪ ਕੱਟ ਲੈਂਦਾ ਹੈ ਤੇ ਉਹਦੇ ਗਿਆਨ ਦਾ ਸੁਰਮਾ ਉਹਦੀਆਂ ਅੱਖਾਂ ਦੇ ਵਿੱਚ ਪਾ ਦਿੰਦਾ। ਹੁਣ ਆਮ ਸਾਡੇ ਸਰੀਰ ਦੀਆਂ ਅੱਖਾਂ, ਉਹਦੇ ਵਿੱਚ ਤਾਂ ਦੂਜਾ ਸੁਰਮਾ ਪਾਇਆ ਜਾਂਦਾ ਹੈ, ਉਹਦੇ ਵਿੱਚ ਗਿਆਨ ਦਾ ਸੁਰਮਾ ਨਹੀਂ ਪਾਇਆ ਜਾ ਸਕਦਾ। ਗਿਆਨ ਦਾ ਸੁਰਮਾ ਤਾਂ ਉੱਥੇ ਪਾਇਆ ਜਾ ਸਕਦਾ ਹੈ ਜਿੱਥੇ ਗਿਆਨ ਹੁੰਦਾ ਹੈ। ਤੋ ਇਹ ਸਾਡੀ ਜਿਹੜਾ ਵਿਚਾਰ ਦਾ, ਸਾਡੀ ਮੱਤ ਦਾ ਜਿਹੜਾ ਜਾਂ ਗਿਆਨ ਦੇ ਨੇਤਰ ਅਸੀਂ ਕਹਿ ਲਈਏ, ਜਿਹੜੇ ਗਿਆਨ ਦੇ ਨੇਤਰ ਹਨ ਉਹਨਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੰਦਾ ਹੈ ਗੁਰੂ, ਤਾਂ ਕਿ ਸਾਨੂੰ ਸਹੀ ਗਿਆਨ ਦੀ, ਸੱਚੇ ਗਿਆਨ ਦੀ ਸੋਝੀ ਹੋ ਜਾਵੇ, ਸਾਨੂੰ ਸਹੀ ਗਿਆਨ ਪ੍ਰਾਪਤ ਹੋ ਜਾਵੇ। ਹੁਣ ਇੱਥੇ ਸਤਿਗੁਰੂ ਜੀ ਨੇ ਇੱਕ ਤਾਂ ਸ਼ਬਦ ਵਰਤਿਆ ਹੈ ਗੁਰੂ ਤੇ ਜਾਣੇ। ਤੋ ਆਨੰਦ ਦਾ ਗਿਆਨ ਜਿਹੜਾ ਹੈ ਉਹ ਗੁਰੂ ਬਖਸ਼ਦਾ ਹੈ। ਪਰ ਇੱਥੇ ਜਾਣਨ ਦਾ ਅਰਥ ਸਿਰਫ ਸ਼ਬਦਾਂ ਤੱਕ ਗੁਰੂ ਜੀ ਨੇ ਐਕਸਪਲੇਨ ਕਰਕੇ ਸਾਨੂੰ ਕੋਈ ਭਾਸ਼ਾ ਦੇ ਵਿੱਚ ਜਾਂ ਸ਼ਬਦਾਂ ਦੇ ਵਿੱਚ ਜਾਂ ਕਿਸੇ ਵਿਆਖਿਆਨ ਜਾਂ ਲੈਕਚਰ ਦੇ ਵਿੱਚ ਸਾਨੂੰ ਗਿਆਨ ਨਹੀਂ ਬਖਸ਼ਦਾ। ਇਹ ਉਹ ਜਾਣਨਾ ਨਹੀਂ ਹੈ। ਜਾਣਨ ਦਾ ਅਰਥ ਹੈ ਕਿ ਅਮਲੀ ਗਿਆਨ ਸਤਿਗੁਰੂ ਜੀ ਨੇ ਸਾਨੂੰ ਦੇ ਦਿੱਤਾ, ਉਸ ਚੀਜ਼ ਨੂੰ ਸੋਝੀ ਕਿਹਾ ਜਾਂਦਾ ਹੈ, ਸੂਝ-ਬੂਝ ਕਿਹਾ ਜਾਂਦਾ ਹੈ। ਤੋ ਆਨੰਦ ਦੀ ਸੂਝ-ਬੂਝ ਤੇ ਸੋਝੀ ਜਿਹੜੀ ਹੈ
ਉਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਤੋਂ ਪ੍ਰਾਪਤ ਉਦੋਂ ਹੁੰਦੀ ਹੈ ਜਦੋਂ ਅਸੀਂ ਅਮਲੀ ਤੌਰ ਤੇ ਸਾਡਾ ਸੰਬੰਧ ਆਨੰਦ ਦੇ ਨਾਲ ਬਣ ਜਾਂਦਾ ਹੈ, ਭਾਵ ਸਾਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤੋ ਕਿਲਵਿਖ ਕੱਟੇ, ਕਿਲਵਿਖ ਕੱਟੇ ਭਾਵ ਸਾਡੇ ਪਾਪ ਕੱਟ ਲੈਂਦਾ ਹੈ ਗੁਰੂ। ਭਾਵ ਇਹ ਹੈ ਕਿ ਸਾਨੂੰ ਗੁਰੂ ਦੀ ਮੱਤ ਜਿਹੜੀ ਹੈ ਉਹਨਾਂ ਪਾਪਾਂ ਨੂੰ ਛੱਡ ਦੇਣ ਦਾ ਸਾਨੂੰ ਸਿੱਖਿਆ ਦਿੰਦੀ ਹੈ। ਉਹਦੇ ਉੱਤੇ ਅਮਲ ਕਰਕੇ ਅਸੀਂ ਪਾਪਾਂ ਤੋਂ ਛੁਟਕਾਰਾ ਪਾ ਲੈਂਦੇ। ਜਦੋਂ ਅਸੀਂ ਪਾਪ ਕਰਨੇ ਛੱਡ ਦਿੰਦੇ ਹਨ, ਉਹਨਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚੋਂ ਕੱਢ ਦਿੰਦੇ ਹਾਂ, ਤਾਂ ਉਹ ਸਾਡੇ ਅੰਦਰ ਜੋ ਸੰਸਕਾਰ ਪਾ ਰਹੇ ਹੁੰਦੇ ਹਨ, ਸਾਨੂੰ ਬਾਰ-ਬਾਰ ਉਹੀ ਕੰਮਾਂ ਨੂੰ, ਮਾੜੇ ਕੰਮਾਂ ਨੂੰ, ਮੰਦੇ ਕੰਮਾਂ ਨੂੰ ਕਰਨ ਦੀ ਪ੍ਰੇਰਨਾ ਦੇ ਰਹੇ ਹੁੰਦੇ ਹਨ। ਉਹ ਪ੍ਰੇਰਨਾ ਵੀ ਖਤਮ ਹੋ ਜਾਂਦੀ ਹੈ ਤੇ ਸਾਡਾ ਜੀਵਨ ਪਾਪ ਤੋਂ ਮੁਕਤ ਹੋ ਜਾਂਦਾ। ਤੋ ਇਹ ਸਤਿਗੁਰੂ ਜੀ ਦਾ ਉਪਦੇਸ਼ ਹੈ ਜੋ ਸਾਨੂੰ ਕਿਲਵਿਖ ਕੱਟੇ ਪਾਪਾਂ ਨੂੰ ਕੱਟ ਦਿੰਦਾ ਹੈ। ਤੇ ਗਿਆਨ ਅੰਜਨ ਇਹ ਬਾਹਰੀ ਅੱਖਾਂ ਨਹੀਂ, ਸਾਡੀਆਂ ਅੰਦਰੂਨੀ ਗਿਆਨ ਦੀਆਂ ਅੱਖਾਂ। ਉਹਨੇ ਗਿਆਨ ਦੀਆਂ ਅੱਖਾਂ ਸਾਡੇ ਸਾਰਿਆਂ ਕੋਲ ਹੁੰਦੀਆਂ। ਆਮ ਜੀਵਨ ਦੇ ਵਿੱਚ ਵੀ ਅਸੀਂ ਗਿਆਨ ਦੀ ਵਰਤੋਂ ਕਰਦੇ ਹਾਂ ਤੇ ਕਈ ਵਾਰੀ ਅਸੀਂ ਕੋਈ ਕੰਮ ਕਰਦੇ ਹੀ ਰਹਿੰਦੇ ਆ, ਆਪਣੀ ਧੁਨ ਦੇ ਵਿੱਚ ਕਰਦੇ ਰਹਿੰਦੇ ਆ, ਪਰ ਉਹਦੇ ਬਾਰੇ ਵਿਚਾਰ ਨਹੀਂ ਕਰਦੇ। ਫਿਰ ਕਿਸੇ ਸਿਆਣੇ ਨਾਲ ਸਾਡਾ ਵਾਹ ਪੈਂਦਾ ਹੈ, ਉਹ ਸਾਨੂੰ ਸਮਝਾਉਂਦਾ ਹੈ ਤੇ ਫਿਰ ਅਸੀਂ ਆਪ ਮੁਹਾਰੇ ਕਹਿ ਉੱਠਦੇ ਹਾਂ ਕਿ ਭਾਈ ਸਾਹਿਬ ਤੁਸੀਂ ਤੇ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ। ਹੁਣ ਅੱਖਾਂ ਤਾਂ ਸਾਡੇ ਸਾਰਿਆਂ ਦੇ ਕੋਲ ਹਨ ਗਿਆਨ ਦੀਆਂ, ਹੁਣ ਅਸੀਂ ਸਿਰਫ ਉਹਨਾਂ ਦੀ ਵਰਤੋਂ ਨਹੀਂ ਕਰ ਰਹੇ। ਜਿਵੇਂ ਮੈਂ ਗੱਲ ਕੀਤੀ ਹੈ ਕਿ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ, ਤਾਂ ਉਹ ਇਹ ਨਹੀਂ ਕਹਿ ਰਿਹਾ ਹੁੰਦਾ ਕਿ ਤੁਸੀਂ ਮੇਰੇ 'ਚ ਅੱਖਾਂ ਲਗਾ ਦਿੱਤੀਆਂ ਨੇ ਤੇ ਮੈਨੂੰ ਦਿਸਣਾ ਸ਼ੁਰੂ ਹੋ ਗਿਆ। ਅੱਖਾਂ ਤਾਂ ਮੇਰੇ ਕੋਲ ਹੀ ਸਨ, ਪਰ ਮੁੰਦੀਆਂ ਹੋਈਆਂ ਸਨ, ਮੈਂ ਉਹਨਾਂ ਨਾਲ ਦੇਖ ਨਹੀਂ ਸੀ ਰਿਹਾ। ਤੋ ਇੱਥੇ ਵੀ ਸਤਿਗੁਰੂ ਜੀ ਜਿਹੜਾ ਹੈ ਸਾਡੇ ਗਿਆਨ ਦੀਆਂ ਅੱਖਾਂ ਦੇ ਵਿੱਚ ਸੁਰਮਾ ਪਾ ਕੇ ਉਹਨਾਂ ਨੂੰ ਹੈਲਦੀ ਬਣਾ ਦਿੰਦੇ ਹਨ, ਔਰ ਅਸਲੀ ਗਿਆਨ ਸਾਡੀ ਦੇਖਣ ਦੀ ਸਮਰੱਥਾ ਜਿਹੜੀ ਹੈ ਉਹ ਸਾਡੇ ਵਿੱਚ ਪੈਦਾ ਕਰ ਦਿੰਦੇ ਹਨ। ਇਹ ਸਾਰਾ ਕੁਝ ਗੁਰੂ ਦੀ ਸਿੱਖਿਆ ਦੇ ਨਾਲ ਹੀ ਹੁੰਦਾ। ਸਤਿਗੁਰੂ ਜੀ ਅੱਗੋਂ ਕਹਿੰਦੇ ਹਨ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਰਗ। ਅੰਦਰੋਂ ਭਾਵ ਮਨ ਦੇ ਵਿੱਚੋਂ, ਜਿਨਕਾ ਮੋਹ ਟੁੱਟਾ ਭਾਵ ਕਿ ਜਦੋਂ ਮਨ ਦੇ ਵਿੱਚੋਂ ਜਿਹੜਾ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਤੇ ਇੱਥੇ ਮੋਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਉਹ ਮਾਇਆ ਦੇ ਮੋਹ ਦੀ ਗੱਲ ਕੀਤੀ ਜਾ ਰਹੀ ਹੈ। ਤਿਨਕਾ ਸ਼ਬਦ ਸੱਚਾ ਸਵਾਰਿਆ। ਹੁਣ ਇੱਥੇ ਸ਼ਬਦ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸੱਚਾ ਦਾ ਭਾਵ ਦੋ ਲਾਵਾਂ ਦੇ ਨਾਲ ਹੈ ਕਿ ਸੱਚੇ ਨੇ, ਉਸ ਵਾਹਿਗੁਰੂ ਨੇ, ਅਕਾਲ ਪੁਰਖ ਨੇ। ਸਤਿਗੁਰੂ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਨੇ ਉਹਨਾਂ ਦਾ ਸ਼ਬਦ ਸਵਾਰਿਆ। ਭਾਵ ਸ਼ਬਦ ਦਾ ਅਰਥ ਹੈ ਕਿ ਉਹਨਾਂ ਦਾ ਬੋਲ ਹੀ ਸਵਾਰ ਦਿੱਤਾ। ਹੁਣ ਉਹਦੀ ਗੱਲਬਾਤ ਦੇ ਵਿੱਚ ਹੀ ਤਬਦੀਲੀ ਆ ਜਾਂਦੀ, ਭਾਵ ਉਹਨਾਂ ਦਾ ਬੋਲ ਸਵਾਰ ਦਿੱਤਾ। ਹੁਣ ਉਸਦੇ ਬੋਲਾਂ ਦੇ ਵਿੱਚ ਮਿਠਾਸ ਆ ਗਈ। ਉਹਨੂੰ ਨਿੰਦਾ, ਚੁਗਲੀ, ਕਿਸੇ ਨਾਲ ਗੁੱਸੇ ਨਾਲ ਖਰਵੇ ਹੋ ਕੇ ਬੋਲਣਾ, ਇਹ ਸਾਰੇ ਕੰਮ ਉਹਦੇ ਅੰਦਰੋਂ ਆਪਣੇ ਆਪ ਖਤਮ ਹੋ ਜਾਂਦੇ। ਕਦੋਂ? ਜਦੋਂ ਆਨੰਦ ਗੁਰੂ ਤੇ ਜਾਣ, ਜਦੋਂ ਗੁਰੂ ਆਨੰਦ ਦੇ ਨਾਲ ਸਾਨੂੰ ਜੋੜ ਦਿੰਦਾ ਹੈ ਤੇ ਸਤਿਗੁਰੂ ਕਹਿੰਦੇ ਹਨ ਕਿ ਉਹਨਾਂ ਦੇ ਵਿੱਚੋਂ ਮੋਹ ਟੁੱਟ ਜਾਂਦਾ ਹੈ, ਮਾਇਆ ਦਾ ਮੋਹ ਟੁੱਟ ਜਾਂਦਾ ਹੈ ਤੇ ਉਹਨਾਂ ਦਾ ਜਿਹੜਾ ਬੋਲ ਚਾਲ ਜਿਹੜਾ ਹੈ ਉਹ ਉਹੀ ਸਵਰ ਜਾਂਦਾ ਹੈ। ਸਵਾਰਿਆ, ਸ਼ਬਦ ਸਵਾਰਿਆ, ਸੱਚੇ ਨੇ ਸਵਾਰ ਦਿੱਤਾ, ਵਾਹਿਗੁਰੂ ਨੇ ਸਵਾਰ ਦਿੱਤਾ। ਭਾਵ ਉਹਨਾਂ ਦੇ ਵਿੱਚ ਤਬਦੀਲੀ ਆ ਗਈ। ਹੁਣ ਉਹਨਾਂ ਦੇ ਗੱਲਬਾਤ ਦਾ ਢੰਗ ਵੀ ਬਦਲ ਜਾਂਦਾ ਹੈ। ਸਤਿਗੁਰੂ ਕਹਿੰਦੇ ਹਨ, ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ। ਇਹ ਅਸਲ ਆਤਮਿਕ ਆਨੰਦ ਹੈ। ਕੀ ਹੈ ਅਸਲ ਆਤਮਿਕ ਆਨੰਦ? ਇਹ ਆਨੰਦ ਹੈ ਜਿਹੜਾ ਸਤਿਗੁਰੂ ਕਹਿ ਰਹੇ ਹਨ ਕਿ ਜਦੋਂ ਇਸ ਤੋਂ ਉੱਪਰਲੀ ਪੰਕਤੀ ਵੱਲ ਧਿਆਨ ਦੇਈਏ, ਜਦੋਂ ਅੰਦਰੋਂ ਜਿਨਕਾ ਮੋਹ ਟੁੱਟਾ, ਜਦੋਂ ਅੰਦਰੋਂ ਮਾਇਆ ਦਾ ਮੋਹ ਟੁੱਟ ਜਾਵੇ ਤੇ ਉਹਨਾਂ ਦੇ ਬੋਲਚਾਲ ਦੇ ਵਿੱਚ ਵੀ ਤਬਦੀਲੀ ਆ ਜਾਵੇ। ਤੇ ਉਸ ਤੋਂ ਪਹਿਲੀ ਪੰਕਤੀ ਵੱਲ ਵੀ ਧਿਆਨ ਦੇਈਏ, ਜਦੋਂ ਕਿਲਵਿਖ ਕੱਟੇ ਤੇ ਗਿਆਨ ਅੰਜਨ। ਭਾਵ ਇਹ ਸਾਰੇ ਕੰਮ ਜਦੋਂ ਸਾਡੇ ਜੀਵਨ ਦੇ ਵਿੱਚ ਵਾਪਰ ਜਾਂਦੇ ਹਨ ਤੇ ਸਤਿਗੁਰੂ ਕਹਿੰਦੇ ਹਨ ਇਹ ਆਨੰਦ ਹੈ। ਉਹ ਆਨੰਦ ਨਹੀਂ ਜਿਹੜਾ ਲੋਕ ਕਹਿ ਦਿੰਦੇ ਹਨ ਜਾਂ ਅਸੀਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ ਜੀ ਅਸੀਂ ਆਨੰਦ ਵਿੱਚ ਹਾਂ, ਪ੍ਰਸੰਨ ਵਿੱਚ। ਉਹ ਆਨੰਦ ਨਹੀਂ ਹੈ। ਆਨੰਦ ਦੀਆਂ ਨਿਸ਼ਾਨੀਆਂ ਸਾਨੂੰ ਗੁਰੂ ਜੀ ਨੇ ਸਮਝਾ ਦਿੱਤੀਆਂ ਕਿ ਆਨੰਦ ਜਦੋਂ
ਆ ਜਾਂਦਾ ਹੈ। ਇਹ ਜਿਹੜਾ ਸਤਿਗੁਰੂ ਕਹਿ ਰਹੇ ਹਨ ਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਾਂ ਤੇ ਜਿਹੜੀ ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ, ਉਹਦੇ ਵਿੱਚ ਕਰ ਕਿਰਪਾ ਕਿਲਵਿਖ ਕੱਟੇ, ਪਾਪ ਕੱਟੇ ਜਾਣ ਦੀ ਗੱਲ ਕਰ ਰਹੀ ਸਤਿਗੁਰੂ ਨੇ। ਗਿਆਨ ਅੰਜਨ ਦੀ ਗੱਲ ਕੀਤੀ, ਮੋਹ ਦੇ ਟੁੱਟਣ ਦੀ ਗੱਲ ਕੀਤੀ ਤੇ ਸ਼ਬਦ ਸਵਾਰਨ ਦੀ, ਭਾਵ ਸਾਡਾ ਬੋਲ ਚਾਲ ਜੀਵਨ ਸਵਾਰਨ ਦੀ ਸਤਿਗੁਰੂ ਜੀ ਨੇ ਗੱਲ ਕਰ। ਹੁਣ ਇੱਥੇ ਸ਼ਬਦ ਸਵਾਰਨ ਦਾ ਅਰਥ ਅਸੀਂ ਕੇਵਲ ਜ਼ੁਬਾਨ ਦੇ ਨਾਲ ਕੋਈ ਮਿੱਠਾ ਬੋਲਣਾ ਜਾਂ ਚੰਗੀ ਤਰ੍ਹਾਂ ਗੱਲ ਕਰਨੀ, ਪਿਆਰ ਦੇ ਨਾਲ ਗੱਲ ਕਰਨੀ, ਜ਼ੁਬਾਨ ਦੇ ਨਾਲ ਗੱਲ ਕਰਨੀ, ਇਹ ਇੱਕ ਆਮ ਗੁਣ ਵੀ ਮੰਨਿਆ ਜਾਂਦਾ ਹੈ। ਵੱਡੇ ਵੱਡੇ ਧੋਖੇਬਾਜ਼ ਪਾਪੀ ਵੀ ਜਿਹੜੇ ਹਨ ਉਹ ਵੀ ਇਹ ਕੰਮ ਕਰ ਲੈਂਦੇ ਹਨ। ਤਾਂ ਕੀ ਸਿਰਫ ਜ਼ੁਬਾਨ ਨਾਲ ਸਾਡੇ ਮਿੱਠਾ ਬੋਲਣ ਦੀ ਗੱਲ ਸਤਿਗੁਰੂ ਕਰ ਰਹੇ ਹਨ? ਨਹੀਂ, ਇਹ ਇੱਕ ਮੁਹਾਵਰੇ ਦੀ ਤਰ੍ਹਾਂ ਵਰਤਿਆ ਗਿਆ ਹੈ। ਜਦੋਂ ਅਸੀਂ ਕਿਸੇ ਬੰਦੇ ਨੂੰ ਮਿਲਦੇ ਹਾਂ, ਇੱਕ ਵਾਰੀ ਮਿਲਦੇ ਹਾਂ, ਤੇ ਜਦੋਂ ਦੂਜੀ ਵਾਰੀ ਕੁਝ ਸਮੇਂ ਬਾਅਦ, ਸਾਲ 2 ਸਾਲ 4 ਸਾਲ ਬਾਅਦ ਮਿਲਦੇ ਹਾਂ, ਤੇ ਸਾਨੂੰ ਲੱਗਦਾ ਹੈ ਕਿ ਇਹ ਬੰਦਾ ਤੇ ਬੜਾ ਤਬਦੀਲੀ ਹੋ ਗਈ ਹੈ। ਇਹਦਾ ਜੀਵਨ ਪਹਿਲਾਂ ਬੜਾ ਘਟੀਆ ਹੁੰਦਾ ਸੀ, ਹੁਣ ਬੜਾ ਉੱਚਾ ਹੋ ਗਿਆ, ਬੜਾ ਚੰਗਾ ਹੋ ਗਿਆ। ਤੇ ਅਸੀਂ ਕਹਿੰਦੇ ਯਾਰ ਇਹਦੀ ਤਾਂ ਬੋਲ ਬਾਣੀ ਬਦਲੀ ਪਈ ਹੈ। ਹੁਣ ਇਸ ਦਾ ਅਰਥ ਕੀ ਹੈ? ਕਿ ਕੀ ਉਹ ਸਿਰਫ ਉਹਨੇ ਆਪਣੀ ਬੋਲ ਬਾਣੀ ਬਦਲੀ ਹੈ? ਨਹੀਂ, ਇਹ ਜਿਹੜੀ ਬੋਲ ਬਾਣੀ ਬਦਲੀ ਦੀ ਗੱਲ ਅਸੀਂ ਕਹਿ ਰਹੇ ਹੁੰਦੇ ਹਾਂ, ਉਹਦਾ ਅਰਥ ਹੁੰਦਾ ਹੈ ਕਿ ਉਹਦੇ ਜੀਵਨ ਵਿੱਚ ਐਡੀ ਵੱਡੀ ਤਬਦੀਲੀ ਆ ਗਈ ਹੈ ਕਿ ਉਹਦੇ ਜੀਵਨ ਦਾ ਹਰ ਪੱਖ ਬਦਲ ਗਿਆ ਹੈ। ਉਹ ਬੰਦਾ ਜਿਹੜਾ ਪਹਿਲਾਂ ਖਾਣ ਨੂੰ ਪੈਂਦਾ ਸੀ, ਹੁਣ ਬੜੇ ਪਿਆਰ ਨਾਲ ਗੱਲ ਕਰ। ਇਹ ਅਸੀਂ ਸਮਝਦੇ ਹਾਂ ਕਿ ਸਾਨੂੰ ਤਬਦੀਲੀ ਉਹਦੇ ਜੀਵਨ ਦੇ ਵਿੱਚ ਦਿਸ ਰਹੀ ਹੈ, ਤੇ ਉਹਦਾ ਇੱਕ ਸਾਨੂੰ ਬਾਹਰੋਂ ਜਿਹੜਾ ਲੱਛਣ ਦਿਸ ਰਿਹਾ ਉਹਦੀ ਬੋਲ ਬਾਣੀ ਦਾ ਦਿਸ। ਤੋ ਇੱਥੇ ਸਤਿਗੁਰੂ ਜੀ ਜਦੋਂ ਸ਼ਬਦ ਸਵਾਰਿਆ ਦੀ ਗੱਲ ਕਰ ਰਹੇ ਹਨ, ਤੇ ਉਹਦਾ ਅਰਥ ਇਹ ਨਹੀਂ ਕਿ ਸਿਰਫ ਉਹਨੇ ਬੋਲ ਬਾਣੀ ਆਪਣੀ ਸੁਪਰਫਿਸ਼ੀਅਲੀ ਬਦਲ ਲਈ। ਇਹਦਾ ਅਰਥ ਹੈ ਕਿ ਉਹਦਾ ਜੀਵਨ ਹੀ ਬਦਲ ਗਿਆ ਹੈ, ਉਹਦਾ ਅੰਦਰੋਂ ਬਾਹਰੋਂ ਸਭ ਥਾਂ ਤੋਂ ਉਹਦਾ ਜੀਵਨ ਹੀ ਬਦਲ ਗਿਆ ਹੈ। ਕਿਉਂਕਿ ਜਦੋਂ ਆਨੰਦ ਦੀ ਪ੍ਰਾਪਤੀ ਹੋ ਗਈ ਤਾਂ ਫਿਰ ਜੀਵਨ ਬਦਲ ਜਾਂਦਾ। ਹੁਣ ਆਨੰਦ ਉਹ ਆਨੰਦ ਨਹੀਂ ਜਿਹੜਾ ਸਾਨੂੰ ਲੋਕ ਕਹਿ ਦਿੰਦੇ ਹਨ ਕਿ ਮੈਂ ਇਸ ਅਵਸਥਾ ਵਿੱਚ ਏਦਾਂ ਬੈਠਾ, ਇਹ ਕੀਤਾ, ਇਸ ਤਰ੍ਹਾਂ ਕੀਤਾ, ਤੇ ਉਹ ਕਰਨ ਤੋਂ ਬਾਅਦ ਕੀ ਹੋਇਆ ਕਿ ਮੈਨੂੰ ਬੜਾ ਆਨੰਦ ਮਿਲਿਆ। ਜਿੰਨੀ ਦੇਰ ਮੈਂ ਉਸ ਅਵਸਥਾ ਵਿੱਚ ਬੈਠਾ ਰਿਹਾ ਤੇ ਮੈਨੂੰ ਆਨੰਦ ਮਿਲਿਆ। ਜਦੋਂ ਇਹ ਉੱਥੋਂ ਉੱਠੇ, ਉਹ ਕੰਮ ਛੱਡਿਆ ਜਿਹਦੇ ਚ ਉਹ ਆਨੰਦ ਮਿਲ ਰਿਹਾ ਸੀ, ਤਾਂ ਫਿਰ ਆਨੰਦ ਕਿੱਥੇ ਗਿਆ? ਸਤਿਗੁਰੂ ਜੀ ਕਹਿੰਦੇ ਹਨ ਉਹ ਆਨੰਦ ਆਨੰਦ ਸਭ ਕੋ ਕਹੈ ਵਾਲੀ ਅਵਸਥਾ ਦੀ ਗੱਲ, ਉਹ ਅਸਲ ਆਨੰਦ ਨਹੀਂ ਹੈ। ਜਿਹੜਾ ਸਤਿਗੁਰੂ ਜੀ ਕਹਿੰਦੇ ਹਨ ਕਹੈ ਨਾਨਕ ਇਹ ਆਨੰਦ ਹੈ, ਉਹ ਆਨੰਦ ਸਤਿਗੁਰੂ ਜੀ ਕਹਿ ਰਹੇ ਹਨ। ਜਿਹੜਾ ਆਨੰਦ ਕਿਹੜਾ ਹੈ? ਉਹ ਇਹ ਹੈ ਜਿਹਦੇ ਵਿੱਚ ਸਾਰਾ ਕੁਝ ਬੰਦੇ ਨੂੰ ਪ੍ਰਾਪਤ ਹੋ ਜਾਂਦਾ ਹੈ। ਭਾਵ ਇਹਦਾ ਅਰਥ ਬੜਾ ਸਪਸ਼ਟ ਹੈ ਕਿ ਆਨੰਦ ਦੇ ਅਰਥ ਅਸੀਂ ਸਮਝਾ ਨਹੀਂ ਸਕਦੇ ਕਿਸੇ ਨੂੰ, ਇਹਨੂੰ ਸਿਰਫ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ। ਇਹਨੂੰ ਅਸੀਂ ਜਦੋਂ ਸਮਝਾਉਣ ਦੀ ਗੱਲ ਕਰਦੇ ਹਾਂ ਤੇ ਅਸੀਂ ਬੜੇ ਸਸਤੇ ਜਿਹੇ ਅਰਥਾਂ ਦੇ ਵਿੱਚ ਇਹਨੂੰ ਵਰਤਦੇ ਰਹਿੰਦੇ ਹਾਂ। ਪਰ ਹੁਣ ਸਤਿਗੁਰੂ ਜੀ ਇਸ ਜਿਹੜੀ ਪੌੜੀ ਹੈ ਇਹਦੇ ਵਿੱਚ ਉਹਨਾਂ ਨੇ ਡਿਫਾਈਨ ਕਰ ਦਿੱਤਾ ਕਿ ਆਨੰਦ ਅਸਲ ਦੇ ਵਿੱਚ ਕੀ ਹੈ। ਤਾਂ ਹੀ ਉਹਨਾਂ ਨੇ ਅੰਤ ਦੇ ਵਿੱਚ ਲਫ਼ਜ਼ ਵਰਤਿਆ ਕਿ ਕਹੈ ਨਾਨਕ ਇਹ ਆਨੰਦ ਹੈ। ਹੁਣ ਇਹਦੀ ਮੁੱਖ ਨਿਸ਼ਾਨੀ ਜਿਹੜੀਆਂ ਸਤਿਗੁਰੂ ਜੀ ਨੇ ਦੱਸੀਆਂ ਹਨ, ਉਹ 4 ਆਪਾਂ ਅੱਗੇ ਗੱਲ ਕੀਤੀ ਹੈ ਕਿ ਉਹ ਕਿਲਵਿਖ ਕੱਟੇ, ਗਿਆਨ ਅੰਜਨ ਤੇ ਮੋਹ ਟੁੱਟਾ ਤੇ ਸ਼ਬਦ ਸੱਚਾ ਸਵਾਰ, ਕਿ ਉਹਦੇ ਜੀਵਨ ਦੇ ਵਿੱਚ ਪਲਟਾ ਆ ਗਿਆ। ਇੱਥੇ ਸਤਿਗੁਰੂ ਜੀ ਨੇ ਖਾਸ ਜ਼ਿਕਰ ਕੀਤਾ ਹੈ ਮੋਹ ਟੁੱਟਾ। ਹੁਣ ਮੋਹ ਕੀ ਹੈ? ਇੱਕ ਪਾਸੇ ਤਾਂ ਸਤਿਗੁਰੂ ਜੀ ਸਾਨੂੰ ਕਹਿ ਰਹੇ ਹਨ ਇਸ ਤੋਂ ਪਹਿਲੀ ਪੌੜੀ ਦੇ ਵਿੱਚ ਕਿ ਦੇਹ ਨਿਮਾਣੀ ਲਿਵੈ ਬਾਝੋਂ, ਤੇ ਲਿਵੈ ਬਾਝੋਂ ਦੇ ਅਰਥ ਅਸੀਂ ਕੀਤੇ ਹਨ ਕਿ ਜਿਹਦੀ ਪ੍ਰੀਤ ਪ੍ਰਭੂ ਦੇ ਨਾਲ ਨਹੀਂ ਲੱਗੀ। ਤੇ ਇੱਥੇ ਸਤਿਗੁਰੂ ਜੀ ਮੋਹ ਨੂੰ ਤੋੜਨ ਦੀ ਗੱਲ ਕਰ ਰਹੇ ਹਨ। ਤਾਂ ਫਿਰ ਪ੍ਰੇਮ ਦੇ ਵਿੱਚ, ਪ੍ਰੀਤ ਦੇ ਵਿੱਚ ਤੇ ਦੂਜੇ ਪਾਸੇ ਮੋਹ ਦੇ ਵਿੱਚ ਫਰਕ ਕੀ ਹੈ? ਆਪਾਂ ਇਹਨੂੰ ਵੀ ਥੋੜਾ ਜਿਹਾ ਸਮਝਣ ਦਾ ਯਤਨ ਕਰ ਲਈਏ। ਮੋਹ ਉਹ ਹੁੰਦਾ ਹੈ ਜੋ ਇੱਕ ਬਿਲਕੁਲ ਇੰਪਲਸਿਵ ਲਵ ਹੁੰਦਾ ਹੈ, ਭਾਵਨਾਤਮਕ ਜਿਹਨੂੰ ਅਸੀਂ ਕਹਿ ਲਈਏ। ਸਾਡੇ ਅੰਦਰ ਭਾਵਨਾਵਾਂ, ਇਮੋਸ਼ਨਸ ਪੈਦਾ ਹੁੰਦੀਆਂ ਹਨ, ਉਹਦੇ ਕੰਟਰੋਲ ਵਿੱਚ ਆ ਕੇ ਅਸੀਂ ਉਹਨੂੰ ਪਿਆਰ ਦਾ ਪਿਆਰ ਸਮਝ ਕੇ ਉਹਨੂੰ ਅਸੀਂ ਮੋਹ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਲਵ ਕਹਿ ਦਿੰਦੇ ਹਾਂ, ਪ੍ਰੇਮ ਕਹਿ ਦਿੰਦੇ ਹਾਂ, ਪਰ ਉਹ ਹੁੰਦਾ ਮੋਹ ਹੈ। ਤੇ ਪ੍ਰੇਮ ਕੀ ਹੁੰਦਾ ਹੈ? ਪ੍ਰੇਮ ਇੱਕ ਡੂੰਘਾਈ ਵਾਲਾ ਪਿਆਰ ਹੁੰਦਾ। ਇਹ ਉਹ ਪਿਆਰ ਹੁੰਦਾ ਹੈ ਜਿਹੜੀਆਂ ਉੱਚੀਆਂ ਭਾਵਨਾਵਾਂ ਤੋਂ ਪ੍ਰੇਰਿਤ ਹੁੰਦਾ, ਉਹਨਾਂ ਦੇ ਵਿੱਚੋਂ ਪੈਦਾ ਹੁੰਦਾ, ਔਰ ਉੱਚੀਆਂ ਭਾਵਨਾਵਾਂ ਦੇ ਅਧੀਨ ਹੀ ਕੰਮ ਕਰਦਾ। ਔਰ ਇਹ ਸੋਚ ਸਮਝ ਕੇ ਕੀਤਾ ਜਾਂਦਾ ਹੈ, ਕੌਨਸ਼ੀਅਸਲੀ ਕੀਤਾ ਜਾਂਦਾ ਹੈ। ਮੋਹ ਉਦੋਂ ਹੁੰਦਾ ਹੈ ਜਦੋਂ ਅਸੀਂ ਭਾਵਨਾਵਾਂ ਦੇ ਹੱਥ ਵਿੱਚ ਖਿਡੌਣੇ ਬਣ ਜਾਂਦੇ ਹਾਂ। ਮੇਰਾ ਆਪਣੇ ਪਰਿਵਾਰ ਨਾਲ ਬੜਾ ਮੋਹ ਹੈ, ਆਪਣੀ ਪਤਨੀ ਨਾਲ, ਮਾਤਾ ਪਿਤਾ ਨਾਲ, ਬੱਚਿਆਂ ਨਾਲ,
ਰਿਸ਼ਤੇਦਾਰਾਂ ਨਾਲ, ਇਹ ਮੋਹ ਹੈ। ਅਸੀਂ ਭਾਵਨਾਵਾਂ ਦੇ ਹੜ ਦੇ ਵਿੱਚ ਵਹਿ ਕੇ ਜਿਹੜਾ ਪ੍ਰੇਮ ਕਰ ਬੈਠਦੇ ਹਾਂ, ਉਹ ਮੋਹ ਹੁੰਦਾ। ਪਰ ਪ੍ਰੇਮ ਪ੍ਰੇਮ ਤਾਂ ਠੰਡੇ ਦਿਮਾਗ ਨਾਲ ਸੋਚ ਸਮਝ ਕੇ ਪੂਰੀ ਇਕਾਗਰਤਾ ਦੇ ਨਾਲ ਕਰਨ ਵਾਲੀ ਚੀਜ਼ ਹੁੰਦੀ ਹੈ। ਫਿਰ ਉਹਦੇ 'ਚ ਬੰਦਾ ਇਹ ਨਹੀਂ ਸੋਚਦਾ ਕਿ ਇਹਨਾਂ ਦੇ consequences ਕੀ ਹੋਣ। ਹੁਣ ਜੇ ਅਸੀਂ ਕਹੀਏ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਕੁਰਬਾਨੀ ਕੀਤੀ, ਤਾਂ ਉਹ ਕੁਰਬਾਨੀ ਬਿਨਾਂ ਸੋਚੇ ਸਮਝੇ ਕੀਤੀ ਹੋਈ ਨਹੀਂ ਸੀ। ਉਹਦੇ ਪਿੱਛੇ ਪੂਰਾ ਵਿਚਾਰ ਸੀ। ਪਰ ਜਿਹੜੀ ਭਾਵਨਾ ਉਹਦੇ ਹੇਠਾਂ ਸੀ, ਉਹ ਪ੍ਰੇਮ ਸੀ। ਉਹ ਮਨੁੱਖਤਾ ਦੇ ਪ੍ਰਤੀ ਪ੍ਰੇਮ ਸੀ, ਅਸੂਲਾਂ ਦੇ ਪ੍ਰਤੀ ਪ੍ਰੇਮ ਸੀ, ਤੇ ਉਹਨਾਂ ਨੇ ਉਹਦੇ ਵਾਸਤੇ ਕੁਰਬਾਨੀ ਦੇ ਦਿੱਤੀ। ਮੋਹ ਦੇ ਵਿੱਚ ਫਸਿਆ ਹੋਇਆ ਬੰਦਾ ਇਸ ਤਰ੍ਹਾਂ ਨਹੀਂ ਕਰਦਾ ਕਿ ਉਹ ਅਨੰਦਪੁਰ ਸਾਹਿਬ ਤੋਂ ਇੱਕ ਦਿਨ ਗੱਲ ਹੋਵੇ ਤੇ ਕੁਝ ਮਹੀਨੇ ਉਹ ਚੱਲਦਾ ਰਹੇ ਪ੍ਰੋਸੈਸ, ਤੇ ਅਖੀਰ ਤੇ ਜਾ ਕੇ ਸ਼ਹੀਦੀ ਦੇਣ ਲੱਗਿਆ ਉਹ ਡੁੱਲੇ ਕੋਈ ਨਾ। ਇਹ ਕੰਮ ਮੋਹ ਦੇ ਨਹੀਂ ਹਨ, ਇਹ ਪ੍ਰੇਮ ਦੇ ਕੰਮ ਹਨ। ਤਾਂ ਮੋਹ ਦੇ ਕੰਮ ਕੀ ਹਨ ਕਿ ਵਕਤੀ ਤੌਰ ਦੇ ਉੱਤੇ ਅਸੀਂ ਇੱਕਦਮ ਕੁਝ ਕਰ ਬੈਠਦੇ ਹਾਂ। ਮੋਹ ਤਾਂ ਅਸਲ ਦੇ ਵਿੱਚ ਉਹ ਸਾਧਨ ਹੈ ਜਿਹੜਾ ਸਾਨੂੰ ਝੂਠੇ ਪਿਆਰ ਦੇ ਵਿੱਚ ਫਸਾ ਕੇ ਸਾਡੇ ਕੋਲੋਂ ਪਾਪ ਕਰਵਾਉਂਦਾ ਹੈ। ਮੋਹ ਸਾਡੇ ਆਤਮਿਕ ਰਸਤੇ ਦੀ ਰੁਕਾਵਟ ਹੈ, ਜਦ ਕਿ ਪ੍ਰੇਮ ਉਹ ਪਗਡੰਡੀ ਦੇ ਉੱਤੇ ਚੱਲਣ ਲਈ ਸਹਾਰਾ ਦੇਣ ਦੇ ਵਾਲੀ ਚੀਜ਼ ਹੈ, ਜਿਹੜੀ ਸਾਨੂੰ ਉਸ ਪਗਡੰਡੀ ਦੇ ਉੱਤੇ ਤੋਰਦੀ ਹੈ। ਜਦੋਂ ਮੋਹ ਟੁੱਟਦਾ ਹੈ, ਪ੍ਰੇਮ ਤਾਂ ਪ੍ਰਭੂ ਦੇ ਨਾਲ ਪ੍ਰੇਮ ਤਾਂ ਫਲਦਾ ਫੁੱਲਦਾ ਹੀ ਉਦੋਂ ਹੈ, ਕਿਉਂਕਿ ਸਾਨੂੰ ਮੋਹ ਦੀਆਂ ਜਦੋਂ ਐਨਕਾਂ ਸਾਡੀ ਅੱਖਾਂ ਤੋਂ ਉਤਰਦੀਆਂ ਹਨ, ਫਿਰ ਸਾਨੂੰ ਪ੍ਰੇਮ ਦਾ ਗਿਆਨ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਤੱਕ ਅਸੀਂ ਮੋਹ ਤੋਂ ਨਹੀਂ ਛੁਟਕਾਰਾ ਪਾਉਂਦੇ, ਇਹ ਜੋ ਦੁਨਿਆਵੀ ਮਾਇਆ ਦਾ ਮੋਹ ਹੈ, ਮਾਇਆ ਤੋਂ ਜਿਵੇਂ ਆਪਾਂ ਪਹਿਲੇ ਗੱਲ ਕੀਤੀ ਹੈ, ਪ੍ਰਭੂ ਜੀ ਦੀ ਸਾਰੀ ਰਚਨਾ ਹੀ ਜੇ ਸਾਨੂੰ ਪ੍ਰਭੂ ਜੀ ਨਾਲੋਂ ਤੋੜ ਦਿੰਦੀ ਹੈ ਤਾਂ ਉਹ ਮੋਹ ਹੈ, ਉਹ ਮਾਇਆ ਹੈ। ਤਾਂ ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਮਾਇਆ ਦਾ ਮੋਹ ਟੁੱਟ ਜਾਂਦਾ ਹੈ, ਫਿਰ ਕੀ ਹੁੰਦਾ ਹੈ ਕਿ ਉਹ ਅਕਾਲ ਪੁਰਖ ਐਸੇ ਵਡਭਾਗੇ ਵਿਅਕਤੀਆਂ ਦਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਸਿੱਖਿਆ ਉੱਤੇ ਚੱਲ ਰਹੇ ਹੁੰਦੇ ਹਨ, ਉਹਨਾਂ ਦਾ ਜੀਵਨ ਸਵਾਰ ਦਿੰਦਾ ਹੈ। ਸ਼ਬਦ ਸਵਾਰਿਆ ਜਿਵੇਂ ਆਪਾਂ ਪਹਿਲਾਂ ਸਮਝਿਆ ਹੈ, ਇਹ ਪੂਰਾ ਜੀਵਨ ਦਾ ਪਲਟਾ ਆਉਣ ਦੀ ਗੱਲ ਸਤਿਗੁਰੂ ਕਰ ਰਹੇ ਹਨ। ਕੋਈ ਛੋਟੀ ਮੋਟੀ ਚੇਂਜ ਦੀ ਗੱਲ ਇੱਥੇ ਨਹੀਂ ਕਰ ਰਹੇ। ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਹ ਕਿਹਾ ਹੈ ਕਿ ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣ। ਤੋ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਜਿਹੜੀਆਂ ਮੁੱਖ ਚੀਜ਼ਾਂ ਸਮਝਾਈਆਂ ਹਨ, ਉਹ ਇਹ ਹੈ ਕਿ ਆਨੰਦ ਦੀ ਪ੍ਰਾਪਤੀ ਪ੍ਰਭੂ ਦੀ ਕਿਰਪਾ ਦੇ ਨਾਲ ਹੁੰਦੀ ਹੈ, ਉਸ ਤੋਂ ਬਿਨਾਂ ਨਹੀਂ ਹੁੰਦੀ। ਤੁਧਵਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰ। ਇਹ ਸਾਡਾ ਜੀਵਨ ਸਵਾਰਿਆ ਹੀ ਉਦੋਂ ਜਾਂਦਾ ਹੈ ਜਦੋਂ ਉਹ ਅਕਾਲ ਪੁਰਖ ਸਾਡੇ ਦੇ ਉੱਤੇ ਕਿਰਪਾ ਕਰਦਾ ਹੈ, ਸਾਨੂੰ ਗੁਰੂ ਦੇ ਨਾਲ ਮਿਲਾ ਦਿੰਦਾ ਹੈ, ਕਿਉਂਕਿ ਇਹ ਸਾਰਾ ਕੁਝ ਸਾਨੂੰ ਗੁਰੂ ਦੇ ਰਾਹੀਂ ਹੀ, ਉਹਦੀ ਸਿੱਖਿਆ ਦੇ ਰਾਹੀਂ ਹੀ, ਉਹਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ। ਤੇ ਅੱਗੋਂ ਸਤਿਗੁਰੂ ਜੀ ਨੇ ਸਮਝਾਇਆ ਸਾਨੂੰ ਕਿ ਕਿਲ ਵਿਖ ਕੱਟੇ, ਜੀਵਨ ਦੇ ਪਾਪ ਕੱਟੇ। ਜੇ ਸਾਡੇ ਜੀਵਨ ਦੇ ਪਾਪ ਨਹੀਂ ਕੱਟੇ ਗਏ ਤਾਂ ਜਿਹਨੂੰ ਅਸੀਂ ਆਨੰਦ ਕਹਿ ਰਹੇ ਹਾਂ ਉਹ ਆਨੰਦ ਨਹੀਂ, ਉਹ ਕੁਝ ਹੋਰ ਹੋ ਸਕਦਾ ਹੈ, ਪਰ ਉਹ ਆਨੰਦ ਨਹੀਂ ਹੈ। ਇਸੇ ਤਰ੍ਹਾਂ ਹੀ ਜਦੋਂ ਤੱਕ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਗਿਆਨ ਦਾ ਸੁਰਮਾ ਸਾਨੂੰ ਨਹੀਂ ਮਿਲਦਾ, ਸਾਨੂੰ ਗਿਆਨ ਦੀ ਪ੍ਰਾਪਤੀ ਹੋ ਕੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਜੀਵਨ ਦੇ ਵਿੱਚ ਕੀ ਕਰਨਾ ਹੈ, ਕੀ ਨਹੀਂ ਕਰਨਾ, ਕੀ ਛੱਡਣਾ ਹੈ, ਕੀ ਪ੍ਰਾਪਤ ਕਰਨਾ ਹੈ, ਜਦੋਂ ਤੱਕ ਇਹ ਸਮਝ ਸਾਡੇ ਅੰਦਰ ਡਿਵੈਲਪ ਨਹੀਂ ਹੁੰਦੀ, ਉਦੋਂ ਤੱਕ ਵੀ ਇਹ ਆਨੰਦ ਨਹੀਂ ਹੈ। ਤੇ ਫਿਰ ਆਖਿਰ ਦੇ ਉੱਤੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਜਦੋਂ ਸਾਡੇ ਅੰਦਰੋਂ ਮੋਹ ਦੀਆਂ ਦੀਵਾਰਾਂ ਟੁੱਟ ਜਾਣ, ਮੋਹ ਦੇ ਬੰਧਨ ਟੁੱਟ ਜਾਣ, ਸਾਨੂੰ ਉਸ ਜਗਤ ਦੇ ਵਿੱਚ ਪ੍ਰਭੂ ਵਰਤਦਾ ਦਿਸ ਜਾਏ, ਅਸੀਂ ਪ੍ਰਭੂ ਦੇ ਨਾਲ ਪ੍ਰੀਤ ਪਾ ਬੈਠੀਏ, ਤੇ ਉਦੋਂ ਹੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ। ਤੇ ਆਖਰੀ ਪੰਕਤੀ ਦੇ ਜਿਹੜੀ ਸਤਿਗੁਰੂ ਜੀ ਨੇ ਸਾਨੂੰ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਸਮਝਾਈ ਹੈ ਕਿ ਆਨੰਦ ਪ੍ਰਾਪਤ ਹੋਣ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਇਹ ਸ਼ਬਦ ਸਵਾਰਿਆ ਮਨੁੱਖ ਦੇ ਜੀਵਨ ਹੀ ਪਲਟ ਜਾਂਦਾ ਹੈ, ਉਹਦਾ ਬੋਲ ਚਾਲ ਹੀ ਪਲਟ ਜਾਂਦਾ ਹੈ, ਉਹਦਾ ਬਿਹੇਵੀਅਰ ਹੀ ਬਦਲ ਜਾਂਦਾ ਹੈ, ਉਹ ਦੁਨੀਆ ਦੇ ਨਾਲ ਕਿਵੇਂ ਵਰਤਦਾ ਹੈ ਉਹਦੇ ਵਿੱਚ ਵੀ ਬਦਲਾਅ ਆ ਜਾਂਦਾ ਹੈ, ਉਹ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਵਰਤਦਾ ਹੈ, ਸੰਸਾਰ ਦੇ ਨਾਲ ਕਿਸ ਤਰ੍ਹਾਂ ਵਰਤਦਾ ਹੈ, ਆਪਣੇ ਵਿਹਾਰ ਰੁਜ਼ਗਾਰ ਦੇ ਵਿੱਚ ਕਿਸ ਤਰ੍ਹਾਂ ਵਰਤਦਾ ਹੈ, ਉਹ ਸਾਰਾ ਕੁਝ ਹੀ ਬਦਲ ਜਾਂਦਾ ਹੈ ਜਦੋਂ ਜੀਵਨ ਦੇ ਵਿੱਚ ਆਨੰਦ ਆ ਜਾਵੇ। ਇਹ ਕੋਈ ਵਕਤੀ ਝਲਕਾਰੇ ਆਨੰਦ ਨਹੀਂ ਹਨ। ਆਨੰਦ ਉਹ ਹੈ ਕਿ ਜਦੋਂ ਆਨੰਦ ਦੀ ਪ੍ਰਾਪਤੀ ਦੇ ਨਾਲ ਜੀਵਨ ਦੇ ਵਿੱਚ ਇੱਕ ਪਰਮਾਨੈਂਟ ਚੇਂਜ ਆ ਜਾਵੇ ਔਰ ਉਹ ਪੂਰਨ ਚੇਂਜ ਆਵੇ, ਜੀਵਨ ਪਲਟ ਜਾਵੇ, ਤਾਂ ਹੀ ਇਸ ਨੂੰ ਆਨੰਦ ਕਹਿ ਸਕਦੇ ਹਾਂ। ਔਰ ਇਸ ਆਨੰਦ ਨੂੰ
ਅਸੀਂ ਕਿਵੇਂ ਜਾਣ ਸਕਦੇ ਹਾਂ, ਕਿਵੇਂ ਇਹਦੇ ਨਾਲ ਜੁੜ ਸਕਦੇ ਹਾਂ, ਕਿਵੇਂ ਇਹਦੀ ਸੋਝੀ ਪ੍ਰਾਪਤ ਕਰ ਸਕਦੇ ਹਾਂ, ਜਾਂ ਕਿਵੇਂ ਇਹ ਆਨੰਦ ਪ੍ਰਾਪਤ ਕਰ ਸਕਦੇ ਹਾਂ, ਉਹ ਸਤਿਗੁਰੂ ਜੀ ਨੇ ਅੰਤਲੀ ਪੰਕਤੀ ਦੇ ਵਿੱਚ ਇੱਕ ਵਾਰੀ ਫਿਰ ਕਿਹਾ ਹੈ ਕਿ ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਾ। ਤਾਂ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹਨ, ਖਿਮਾ ਕਰ ਦੇਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਦੀਪਕ ਕੀਰਤਨ ਸਿੰਘ ਜੀ ਦਾ, ਬੜੇ ਹੀ ਵਿਸਥਾਰ ਸਹਿਤ ਇਸ ਬਾਣੀ ਦੇ ਜੋ 2 ਪੌੜੀਆਂ ਦੀ ਅੱਜ ਵਿਚਾਰ ਉਹਨਾਂ ਨੇ ਕੀਤੀ ਹੈ, ਉਹਦੇ ਅੰਤਰੀਵ ਭਾਵ ਆਪ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਹਨ। ਜੋ ਉਸਦੇ ਨਾਲ ਸੰਬੰਧਿਤ ਵਿਚਾਰਾਂ ਜਾਂ ਕਿਸੇ ਦੇ ਸਵਾਲ ਹੋਣ, ਉਸ ਤੋਂ ਪਹਿਲਾਂ ਅਸੀਂ ਜਿਹੜੇ ਨਵੇਂ ਆਏ ਸੱਜਣਾ ਦੇ ਨਾਲ ਜਾਣ ਪਛਾਣ ਕਰਨੀ ਚਾਹਾਂਗੇ। ਤਾਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਹੈ ਕਿ ਜਿਹੜੀ ਵੀ ਅੱਜ ਦੇ ਨਵੇਂ ਸੱਜਣ ਕੋਈ ਆਏ ਹਨ ਉਹਨਾਂ ਨਾਲ ਜਾਣ ਪਛਾਣ ਕਰਵਾ ਦੇਣ। ਉਸ ਤੋਂ ਬਾਅਦ ਅਸੀਂ ਸੰਗਤ ਵੱਲੋਂ ਪ੍ਰਸ਼ਨ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸੰਗਤ ਵਿੱਚ ਜਿਹੜੇ ਨਵੇਂ ਜੁਆਇਨ ਕੀਤੇ ਨੇ ਵੀਰ ਭੈਣਾਂ, ਉਹਨਾਂ ਨੂੰ ਬੇਨਤੀ ਹੈ ਬਈ ਜਿਹੜੀਆਂ ਆਈਡੀ ਸਾਨੂੰ ਮਿਲ ਗਈਆਂ ਉਹ ਮੈਂ ਬੋਲਾਂਗਾ, ਪਰ ਕਈ ਵਾਰੀ ਐਸਾ ਵੀ ਹੁੰਦਾ ਕਿ ਇੱਕੋ ਨਾਮ ਦੀਆਂ ਕਈ ਆਈਡੀਆਂ ਹੁੰਦੀਆਂ ਨੇ ਤੇ ਕਈ ਵੀਰ ਭੈਣਾਂ ਪੁਰਾਣੇ ਜੁਆਇਨ ਕੀਤੇ ਨੇ ਪਰ ਉਸੇ ਨਾਮ ਦੇ ਹੋਰ ਵੀ ਨੇ, ਤੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਫਤਿਹ ਸਾਂਝੀ ਕਰਨਗੇ। ਇਹੋ ਜਿਹੀ ਇੱਕ ਆਈਡੀ ਹੈ ਜੀ ਕੁਲਵੰਤ ਸਿੰਘ। ਇੱਕ ਤਾਂ ਕੁਲਵੰਤ ਸਿੰਘ ਜੀ ਜਿਹੜੇ ਕਾਲਜ ਦੇ ਮੁੱਢਲੀ ਮੈਂਬਰਸ ਨੇ ਉਹ ਆਉਂਦੇ ਨੇ, ਇੱਕ ਅੱਜ ਕੁਲਵੰਤ ਸਿੰਘ ਹੋਰ ਨਾਮ ਹੈ, ਤੇ ਜੇ ਉਹ ਅੱਜ ਪਹਿਲੀ ਵਾਰੀ ਆਏ ਨੇ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ ਤੇ ਸੰਗਤ ਨਾਲ ਫਤਿਹ ਸਾਂਝੀ ਕਰ ਲਓ। In the meantime ਮੈਂ ਅਗਲੀ ਆਈਡੀ ਬੋਲਦਾ ਜੀ, ਉਹ ਹੈ ਜੀ ਪਵਿੱਤ ਸਿੰਘ, PAVIT ਪਵਿੱਤ ਸਿੰਘ ਜਿਹਨਾਂ ਦੀ ਆਈਡੀ ਹੈ। ਉਹ ਆਪਣੇ ਨੂੰ ਅਨਮਿਊਟ ਕਰ ਲਓ ਜੀ ਔਰ ਆਪਣੀ ਬਰੀਫ ਇੰਟਰੋਡਕਸ਼ਨ ਦੇ ਦਿਓ। ਪਵਿੱਤ ਸਿੰਘ। ਨੈਕਸਟ ਹੈ ਜੀ ਪ੍ਰਦੀਪ ਕੌਰ, ਜਿਨ੍ਹਾਂ ਦੀ ਆਈਡੀ ਹੈ ਪ੍ਰਦੀਪ ਕੌਰ। ਤਿੰਨਾਂ ਜਣਿਆਂ ਨੂੰ ਰਿਕੁਐਸਟ ਤਾਂ ਭੇਜ ਦਿੱਤੀ ਹੈ ਅਨਮਿਊਟ ਕਰਨ ਦੀ। ਅੱਛਾ ਜੀ, ਆਪ ਪ੍ਰਦੀਪ ਪਲੀਜ਼ ਅਨਮਿਊਟ ਕਰੋ ਔਰ ਆਪਣੀ ਬਰੀਫ ਇੰਟਰੋਡਕਸ਼ਨ ਦਿਓ ਜੀ। ਹਾਂਜੀ ਪ੍ਰਦੀਪ ਕੌਰ ਜੀ, ਆਪਣੀ ਜਾਣ ਪਛਾਣ ਕਰਵਾ ਦਿਓ ਜੀ। ਪ੍ਰਦੀਪ ਕੌਰ ਜੀ, ਤੁਹਾਡਾ ਨੰਬਰ ਆਇਆ ਸੀਗਾ, ਉਹ ਅਸੀਂ ਗਰੁੱਪ ਵਿੱਚ ਐਡ ਕਰ ਲਿਆ। ਤੁਹਾਨੂੰ ਹਰ ਰੋਜ਼ ਇਹਦੀ ਇੰਟੀਮੇਸ਼ਨ ਚੱਲ ਜਾਇਆ ਕਰੇਗੀ ਔਰ ਤੁਸੀਂ ਆਪਣੇ ਸੁਝਾਅ ਜਾਂ ਕੋਈ ਵੀ ਕਿਸੇ ਕੁਐਸਚਨ ਦਾ ਅੱਗੇ ਪਿੱਛੇ ਵੀ ਅੱਜ ਦੇ ਰਿਲੇਟਡ ਤੇ ਹੁਣ ਵੀ ਕਰ ਸਕਦੇ ਹੋ। ਵੈਸੇ ਵੀ ਕੋਈ ਕੁਐਸਚਨ ਹੋਵੇ ਅਬਾਊਟ ਮਰਿਆਦਾ, ਗੁਰਬਾਣੀ ਜਾਂ ਇਤਿਹਾਸ ਤੇ ਤੁਸੀਂ ਭੇਜ ਸਕਦੇ ਹੋ। ਬਾਕੀ ਇਹਨਾਂ ਨੂੰ ਬੇਨਤੀ ਹੈ ਵੀ ਉਹ ਅਨਮਿਊਟ ਕਰਕੇ ਫਤਿਹ ਸਾਂਝੀ ਕਰਨੇ ਤੇ MPC ਜੀ ਅਗਲਾ ਪ੍ਰੋਗਰਾਮ ਦੱਸ। ਜੀ ਰਿਕੁਐਸਟ ਤਾਂ ਕੁਲਵੰਤ ਸਿੰਘ ਜਿਹੜਾ ਜਿਨ੍ਹਾਂ ਦੀ ਆਈਡੀ ਉਹਨਾਂ ਨੂੰ ਵੀ ਕੀਤੀ ਹੈ ਤੇ ਪਵਿੱਤ ਸਿੰਘ ਨੂੰ ਵੀ ਕੀਤੀ ਹੈ। ਹਾਂਜੀ ਹਾਂਜੀ ਪਵਿੱਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ ਜੀ। ਜੀ ਮੈਂ ਪ੍ਰੀਤੀ ਆਲੋਵਾਲੇ ਆਈ ਹਾਂ, ਆਈ ਐਮ ਜਸਟ ਟਰੈਵਲਿੰਗ ਤੇ ਆਈਡੀ ਯੂਜ਼ ਕਰਾਂਗੀ ਜੀ ਇਸ ਹਫਤੇ ਵਾਸਤੇ, if that is okay with the group. Thank you ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। तो मतलब आईडी डिफरेंट है जी, तो इन्होंने जान पहचान अपनी करवाई है ऑलरेडी ज्वाइन किया है। हाँ जी, हाँ जी, थैंक यू वेरी मच, धन्यवाद जी। सो एक हैंड रेज होया सी सरदार कृपाल सिंह जी का। हाँ जी, तो उन्होंने रिक्वेस्ट है कि वो अनम्यूट करके अपनी गल कर लें। भाई साहब जी, वाहे खालसा वाहे फतेह। वाहिगुरू जी की फतेह जी। बहुत सोहने अर्थ कीते जी तुसीं अपने सच्ची लिवा बंदे ने बणी। ਇਹ ਜਿਹੜਾ ਵਿੱਚ ਸ਼ਬਦ ਆਂਦਾ ਵੀ ਸ਼ਬਦ ਸਵਾਰਿਆ, ਉਹਦੀ ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗੀ। ਹੋਰ ਵੀ ਕਿਤੇ ਮਹਾਰਾਜ ਇਹ ਸ਼ਬਦ ਵਰਤਦੇ ਆ, ਲਫ਼ਜ਼ ਜਿੱਥੇ ਉਹ ਜੀਵਨ ਨਾਲ ਰਿਲੇਟ ਕਰਦੇ ਹੋਣ ਇਸ ਨੂੰ? ਇੱਥੇ ਵੀਰ ਜੀ ਇਹਦੀ ਪੰਕਤੀ ਦੇ ਵੱਲ ਥੋੜਾ ਜਿਹਾ ਧਿਆਨ ਦੇਣਾ ਪਏਗਾ ਜੀ। ਇਹਦੇ ਵਿੱਚ ਆਂਦਾ ਹੈ ਸ਼ਬਦ ਸੱਚਾ ਸਵਾਰਿਆ।
ਜਿਹਦਾ ਬੜਾ ਸਪਸ਼ਟ ਅਰਥ ਇਹ ਹੈ ਕਿ ਸੱਚੇ ਨੇ ਉਹਨਾਂ ਦਾ ਸ਼ਬਦ ਸਵਾਰ ਦਿੱਤਾ। ਇਹ ਸ਼ਬਦ ਉਹ ਸ਼ਬਦ ਨਹੀਂ ਹੈ ਜਿਹੜਾ ਅਸੀਂ ਗੁਰੂ ਦਾ ਸ਼ਬਦ ਜਾਂ ਗੁਰੂ ਦੀ ਸਿੱਖਿਆ ਦੇ ਅਰਥਾਂ ਦੇ ਵਿੱਚ ਆਮ ਤੌਰ ਤੇ ਅਸੀਂ ਕਰਦੇ ਹਾਂ। ਇੱਥੇ ਅਰਥ ਹੈ ਕਿ ਸੱਚੇ ਨੇ ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟਾ, ਉਹਨਾਂ ਦੇ ਅੰਦਰੋਂ ਮੋਹ ਟੁੱਟ ਗਿਆ ਤੇ ਸੱਚੇ ਨੇ ਉਹਨਾਂ ਦਾ ਸ਼ਬਦ ਸਵਾਰ ਦਿੱਤਾ। ਤੋ ਇੱਥੇ ਅਰਥ ਜਿਹੜਾ ਹੈ ਉਹ ਵਿਦਵਾਨਾਂ ਨੇ ਸਭ ਨੇ ਇਹੀ ਕੀਤਾ ਹੈ ਕਿ ਸ਼ਬਦ ਸਵਾਰਿਆ ਦਾ ਮਤਲਬ ਹੈ ਕਿ ਉਹਨਾਂ ਦਾ ਬੋਲ ਚਾਲ ਤੱਕ ਵੀ ਸਵਰ ਗਿਆ। ਸ਼ਬਦ ਸਵਾਰਿਆ, ਉਹਨਾਂ ਦੇ ਗੱਲਬਾਤ ਦੇ ਵਿੱਚੋਂ ਝੂਠ, ਨਿੰਦਾ, ਚੁਗਲੀ ਤੇ ਜਿਹੜਾ ਗੁੱਸਾ ਹੈ ਜਾਂ ਇਸ ਕਿਸਮ ਦੇ ਜੋ ਮਾੜੇ ਸ਼ਬਦ ਹਨ ਉਹ ਸਾਰੇ ਨਿਕਲ ਗਏ ਤੇ ਹੁਣ ਉਹਨਾਂ ਦਾ ਸ਼ਬਦ ਵੀ ਜਿਹੜਾ ਹੈ ਉਹ ਸਵਰ ਗਿਆ, ਮਿੱਠਾ, ਚੰਗਾ ਤੇ ਪ੍ਰੇਮ ਭਰਿਆ ਹੋ ਗਿਆ। ਇਹ ਸਾਰੇ ਵਿਦਵਾਨਾਂ ਨੇ ਇਹਦੇ ਇਹੀ ਅਰਥ ਕੀਤੇ ਹਨ। ਕਿਉਂਕਿ ਗ੍ਰਾਮਰ ਦੇ ਮੁਤਾਬਕ ਜਦੋਂ ਸੱਚਾ ਦੇ ਨਾਲ ਇਹਨੂੰ ਸੰਬੰਧਿਤ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਕੋਈ ਅਰਥ ਇੱਥੇ ਬਣਨਗੇ ਨਹੀਂ। ਇਹਦੀ ਕੋਈ ਹੋਰ ਵੀ ਮਿਸਾਲ ਇਸ ਤਰ੍ਹਾਂ ਦੀ ਦਿੱਤੀ ਹੈ ਜੀ ਗੁਰਬਾਣੀ ਦੇ ਵਿੱਚ ਆਉਂਦੀ ਹੈ ਕੋਈ ਹੋਰ ਥਾਂ ਤੇ? ਮੈਂ ਕੋਸ਼ਿਸ਼ ਕਰਾਂਗਾ ਜੀ, ਅਗਰ ਮੈਨੂੰ ਮਿਲਦੀ ਹੈ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਨੈਕਸਟ ਸਰਦਾਰ ਹਰਦੇਵ ਸਿੰਘ ਜੀ। ਸਰਦਾਰ ਹਰਦੇਵ ਸਿੰਘ ਜੀ ਅਨਮਿਊਟ ਕਰ ਲਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਵੀਰ ਜੀ ਨੇ ਜਿਸ ਤਰ੍ਹਾਂ ਗੱਲ ਕੀਤੀ ਸ਼ਬਦ ਦੀ, ਤੇ ਮੈਂ ਥੋੜਾ ਡਿਟੇਲ ਵਾਸਤੇ ਮੈਂ ਕਿਹਾ ਵੀਰ ਜੀ ਨਾਲ ਬਹੁਤ ਸੋਹਣਾ ਅਰਥ ਕੀਤੇ ਨੇ, ਬੜਾ ਡੀਪ ਜਾ ਕੇ ਕੀਤੇ ਨੇ, ਲੇਕਿਨ ਇਹਦੇ ਵਿੱਚ ਡਿਟੇਲ ਡਿਸਕਸ ਕਰਨ ਦੀ ਲੋੜ ਪਏਗੀ ਕਿ ਸ਼ਾਇਦ ਭਾਵੇਂ ਇਹਦੇ ਵਿੱਚ ਹੀ ਆ ਗਏ ਕਿ ਇੱਕ ਤਾਂ ਗਿਆਨ ਗੁਰੂ ਦੀ ਗੱਲ ਆਉਂਦੀ ਹੈ, ਸ਼ਬਦ ਦੀ ਗੱਲ ਆਉਂਦੀ ਹੈ। ਜਿਸ ਤਰ੍ਹਾਂ ਵੀਰ ਜੀ ਨੇ ਵੀ ਕਿਹਾ ਸੀ ਕਿ ਸ਼ਬਦ ਨਾਲ ਜੁੜਨਾ ਹੈ, ਉਹ ਵੀ ਗੁਰੂ ਕਾ ਸ਼ਬਦ। ਫਿਰ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਨੇ ਜੋੜ ਕੇ ਕਿਹਾ ਕਿ ਵੀ ਸ਼ਬਦ ਗੁਰੂ ਸੁਰਤ ਤੋਂ ਚੇਲਾ ਤੇ ਗਿਆਨ ਦੀ ਗੱਲ, ਇਹ ਸਾਰਾ ਨੂੰ ਮਿਕਸ ਕਰਕੇ ਥੋੜਾ ਜਿਹਾ ਡਿਟੇਲ ਡਿਸਕਸ ਕਰਵਾਓ ਕਿਸੇ ਦਿਨ ਕਿ ਵੀ ਇਹ ਕਿਸੇ ਕਿਸੇ ਕਿਹੜੀ ਕਿਹੜੀ ਗੱਲ ਨਾਲ ਸ਼ਬਦ ਨਾਲ ਜੋੜਿਆ ਜਾ ਸਕਦਾ। ਮੇਰਾ ਖਿਆਲ ਹੈ ਵੀਰ ਜੀ ਫਿਰ ਇਸ ਨੂੰ ਇੱਕ ਟੌਪਿਕ ਦੇ ਤੌਰ ਦੇ ਉੱਤੇ ਨਿਭਾਉਣਾ ਪਏਗਾ। ਕਿਸੇ ਦੀ ਡਿਊਟੀ ਆਪ ਹੀ ਲਗਾ ਦਿਓ ਵਿਦਵਾਨ ਸੱਜਣ ਜੀ, ਸ਼ਬਦ ਦੇ ਬਾਰੇ ਵਿਚਾਰ ਕਿਸੇ ਵੇਲੇ ਚੱਲਦੀ। ਠੀਕ ਹੈ ਜੀ, ਇਹ ਟੌਪਿਕ ਫਿਰ ਵੱਖਰਾ ਕਿਸੇ ਦਿਨ ਲੈ ਲਿਆ ਜਾਏਗਾ। ਹਾਂਜੀ ਜੀ, ਠੀਕ ਹੈ ਜੀ, ਧੰਨਵਾਦ ਜੀ ਹਰਦੇਵ ਸਿੰਘ ਜੀ। ਨੈਕਸਟ ਸਰਦਾਰ ਮੇਲਾ ਸਿੰਘ ਜੀ। ਸਰਦਾਰ ਮੇਲਾ ਸਿੰਘ। ਹਾਂਜੀ ਵੀਰ ਜੀ, ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਮੈਂ ਨਾ ਆਪਣੀ ਜਿਹੜਾ ਲੇਖ ਤੇ ਧਿਆਨ ਦੀ ਗੱਲ ਕੀਤੀ ਹੈ ਤੇ ਵੀਰ ਜੀ ਨੇ ਵੀ ਇੱਕੋ ਹੀ ਅਰਥਾਂ ਦੇ ਵਿੱਚ ਆਪਾਂ ਨੂੰ ਵਰਤ ਸਕਦੇ ਹਾਂ। ਜੇ ਪਰਿਵਾਰਕੀ ਹੈ ਕਿ ਲੇਖ ਤੇ ਧਿਆਨ ਤੇ ਕੋਈ ਬੁਨਿਆਦੀ ਅੰਤਰ ਹੈ। ਇੱਕ ਹੈ ਜੀ ਆਨੰਦ ਤੇਲ ਮਾਇਆ ਰੰਗ ਰਸਤੇ ਗੁਰਬਾਣੀ ਦੇ ਚੌਂਦਾ ਗੌੜੀ ਰਾਗ ਦੇ ਵਿੱਚ, ਉੱਥੇ ਆਨੰਦ ਦਾ ਭਾਵ ਵੀ ਲੈਣਾ ਜਾਂ ਵੀਰ ਜੀ ਉਦੋਂ ਧਿਆਨ ਸਮਝ ਆ ਗਈ ਤੁਹਾਨੂੰ? ਨਹੀਂ, ਮੈਨੂੰ ਪਹਿਲੀ ਗੱਲ ਤਾਂ ਸਮਝ ਆ ਗਈ ਜੀ, ਦੂਜੀ ਜਿਹੜੀ ਪੰਕਤੀ ਬੋਲੀ ਹੈ ਉਹ ਸਮਝ ਨਹੀਂ ਆਈ ਮੈਨੂੰ। ਤੇ ਵੈਸੇ ਵੀ ਉਹਦੇ ਬਾਰੇ ਜੇ ਜੀ ਆਨੰਦ ਕੇਲ ਮਾਇਆ ਰੰਗ, ਆਨੰਦ ਕੇਲ ਮਾਇਆ ਰੰਗ ਰਚਿਆ ਜੀ। ਆਨੰਦ ਖੇਲ ਮਾਇਆ ਰੰਗ ਰਚਿਆ। ਹਾਂਜੀ, ਇਹ ਵੈਸੇ ਇੱਕ ਵਾਰੀ ਧਿਆਨ ਨਾਲ ਦੇਖਣਾ ਪਏਗਾ ਜੀ। ਜਿਹੜੀ ਫਸਟ ਸਾਈਟ ਦੇ ਉੱਤੇ ਨਜ਼ਰ ਆ ਰਹੀ ਹੈ ਗੱਲ, ਉਹ ਇਹ ਆਨੰਦ ਨਹੀਂ, ਦੁਨਿਆਵੀ ਆਨੰਦ ਦੀ ਸ਼ਾਇਦ ਗੱਲ ਸਤਿਗੁਰਾਂ ਨੇ ਉੱਥੇ ਕੀਤੀ ਲੱਗਦੀ ਹੈ, ਪਰ ਉਹਦੇ ਬਾਰੇ ਮੈਂ ਡੈਫੀਨੇਟਲੀ ਇਸ ਸਟੇਜ ਉੱਤੇ ਨਹੀਂ ਕਹਿ ਸਕਦਾ। ਇਹਨੂੰ ਵਿਚਾਰ ਕਰਕੇ ਦੱਸਿਆ ਜਾ ਸਕਦਾ ਹੈ। ਬਾਕੀ ਜਿਹੜੀ ਪਹਿਲੀ ਗੱਲ ਵੀਰ ਜੀ ਨੇ ਲਿਵ ਦੇ ਅਰਥ ਧਿਆਨ ਦੀ ਕੀਤੀ ਹੈ, ਉਹ ਇਹ ਤੁਸੀਂ ਕਿਹਾ ਕਿ ਇੰਟਰਚੇਂਜੇਬਲ ਹੈ ਜਾਂ ਨਹੀਂ ਹੈ, ਕਿਉਂਕਿ ਜਦੋਂ ਅਸੀਂ ਕਿਸੇ ਵੀ ਕੰਮ ਦੇ ਵਾਸਤੇ ਵੱਖ-ਵੱਖ ਲਫ਼ਜ਼ ਵਰਤਦੇ ਹਾਂ, ਵੱਖ-ਵੱਖ ਸ਼ਬਦ ਵਰਤਦੇ ਹਾਂ, ਤਾਂ ਉਹਦੇ ਵਿੱਚ ਥੋੜਾ ਹਲਕਾ ਜਿਹਾ ਅੰਤਰ ਹੁੰਦਾ ਹੈ। ਉਹਦਾ ਮਤਲਬ ਕੰਟੈਕਸਟ ਦੇ ਮੁਤਾਬਕ ਹੀ ਸਾਨੂੰ ਕਰਨਾ ਪੈਂਦਾ ਹੈ। ਇਹ ਮੈਂ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲਿਵ ਨੂੰ ਅਸੀਂ ਕਿਸ ਢੰਗ ਦੇ ਨਾਲ ਡਿਸਕ੍ਰਾਈਬ ਕਰ ਸਕਦੇ ਹਾਂ, ਕਿਉਂਕਿ ਬਾਣੀ ਦੇ ਅਰਥ ਕਰਨ ਲੱਗਿਆ ਜਿਵੇਂ ਵਿਦਵਾਨਾਂ ਨੇ ਅਰਥ ਕੀਤੇ ਹਨ, ਸਾਚੀ ਲਿਵੈ ਕਿ ਸੱਚੇ ਪ੍ਰਭੂ ਨਾਲ ਜੁੜੀ ਹੋਈ ਪ੍ਰੀਤ, ਉਹਨਾਂ ਨੇ ਅਰਥ ਕੀਤੇ ਹਨ। ਤਾਂ ਉਸ ਨੂੰ ਅਗਰ ਲਈਏ ਤਾਂ ਲਿਵ ਦਾ ਅਰਥ ਪ੍ਰੀਤ ਬਣਦਾ ਹੈ। ਪਰ ਅਸੀਂ ਲਿਵ ਜੁੜਨ ਦੀ ਗੱਲ ਜਦੋਂ ਕਰਦੇ ਹਾਂ ਆਮ ਜੀਵਨ ਦੇ ਵਿੱਚ, ਉਹਦਾ ਇਹ ਬਿਰਤੀ ਨੂੰ ਇਕਾਗਰ ਕਰਨਾ, ਧਿਆਨ ਨੂੰ ਇਕਾਗਰ ਕਰਨਾ, ਇੱਕ ਪਾਸੇ ਫੋਕਸ ਬਣਾਉਣਾ, ਉਹ ਸਾਰੀਆਂ ਚੀਜ਼ਾਂ ਵੱਲ ਸਾਡਾ ਧਿਆਨ ਹੁੰਦਾ ਹੈ।
ਤੋ ਇਹਦੇ ਕੰਟੈਕਸਟ ਦੇ ਮੁਤਾਬਕ ਹੀ ਸਾਨੂੰ ਅਰਥ ਕਰਨੇ ਪੈਂਦੇ ਹਨ। ਇਹ ਅਰਥ ਨਹੀਂ ਸੀ ਕਿ ਧਿਆਨ ਤੇ ਲਿਵ ਇੰਟਰਚੇਂਜੇਬਲ ਹਨ, ਐਸਾ ਮੇਰਾ ਕੋਈ ਦਾਅਵਾ ਨਹੀਂ। ਇਹ ਮੈਂ ਸਿਰਫ ਆਪਣੇ ਢੰਗ ਦੇ ਨਾਲ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ 'ਚ ਕਮੀ ਵੀ ਹੋ ਸਕਦੀ ਹੈ ਜੀ, ਆਪ ਵਿਦਵਾਨ ਸੱਜਣ ਸਾਰੇ ਹੋ, ਇਹਦੇ ਜੋ ਕਮੀ ਰਹੀ ਹੋਵੇ ਆਪ ਜੀ ਸੁਧਾਰ ਦਿਓ ਤੇ ਮੇਰੇ ਗਿਆਨ ਵਿੱਚ ਵੀ ਵਾਧਾ ਹੋਵੇ ਜੀ। ਧੰਨਵਾਦ ਵੀਰ ਜੀ। ਇਹਦੇ ਵਿੱਚ ਪੁੱਛਿਆ ਜੀ ਇਹਦੇ ਵਿੱਚ ਕੀ ਅੰਤਰ ਹੈਗਾ ਜਾਂ ਬਿਨਾਂ ਜੀ ਡਿਸਕਸ ਚਲੋ ਅਗਲੇ ਹਾਂਜੀ, ਮੈਂ ਨੋਟ ਕਰ ਲੈਣਾ ਜੀ, ਵੀਰ ਜੀ ਨੂੰ ਦੱਸ ਦਿਆਂਗਾ ਜਿਵੇਂ ਵੀ ਫਿਰ ਇਹਦਾ ਪਲਾਨ ਬਣਿਆ ਆਪ ਜੀ ਨੂੰ ਦੱਸ ਦਿਆਂਗਾ। ਠੀਕ ਹੈ ਜੀ। ਨੈਕਸਟ ਸਟਾਰ ਜਸਪਾਲ ਸਿੰਘ। ਐਮਪੀ ਸਿੰਘ ਜੀ ਮੈਨੂੰ ਅਨਮਿਊਟ ਕੀਤਾ ਸੀ, ਕੋਈ ਗੱਲ ਸੀਗੀ ਕਿ ਵੈਸੇ ਹੀ? ਉਹ ਤੁਹਾਡੀ ਆਈਡੀ ਨਵੀਂ ਨਜ਼ਰ ਆ ਰਹੀ ਸੀ ਅੱਜ, ਇਸ ਕਰਕੇ ਉਹਨਾਂ ਨੇ ਕਿਹਾ ਚਲੋ ਦਰਸ਼ਨ ਕਰ ਲਈਏ ਤੁਹਾਡੇ। ਰਾਜਾ ਸਿੰਘ ਜੀ ਨੂੰ ਲੱਗਿਆ ਕਿ ਡਿਫਰੈਂਟ ਕੁਲਵੰਤ ਸਿੰਘ ਨੇ, ਕੋਈ ਦਿੱਲੀ ਵਾਲੇ ਨਹੀਂ ਹੈਗੇ, ਕਿਉਂਕਿ ਤੁਸੀਂ ਆਪਣੀ ਡੀਪੀ ਸ਼ਾਇਦ ਚੇਂਜ ਕਰਤੀ ਹੈ ਨਾ। ਹਾਂਜੀ ਹਾਂਜੀ, ਤੁਸੀਂ ਕਿਹਾ ਸੀ ਚੇਂਜ ਕਰੋ, ਮੈਂ ਕਰਤੀ, ਚਲੋ ਕਰ ਲਓ। ਆਹੋ, ਬਸ ਉਹੀ ਮੈਨੂੰ ਵੀ ਲੱਗਿਆ ਸੀ, ਪਰ ਮੈਂ ਕਿਹਾ ਚਲੋ ਕੋਈ ਨਹੀਂ, ਗੱਲ ਕਰ ਹੀ ਲੈਂਦੇ ਹਾਂ। ਠੀਕ ਹੈ ਜੀ। ਨੈਕਸਟ ਸਰ ਜਸਪਾਲ ਸਿੰਘ ਸੇਠੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਸਾਧ ਸੰਗਤ ਨੂੰ ਹਾਂਜੀ ਫਤਿਹ ਜੀ। ਇਹ ਅਕਸਰ ਗੁਰਬਾਣੀ ਵਿੱਚ ਆਉਂਦਾ ਤੇ ਤ੍ਰੈ ਸੈਕੰਡ ਸੌਰੀ, ਦੁਬਾਰਾ ਅਨਮਿਊਟ ਦੁਬਾਰਾ ਕਰ ਲਓ ਜੀ। ਜਸਪਾਲ ਸਿੰਘ ਜੀ ਤੁਹਾਡਾ ਮਾਈਕ ਮਿਊਟ ਹੋ ਗਿਆ। ਇੱਕ ਸੈਕਿੰਡ। ਹਾਂਜੀ ਹੁਣ ਕਰੋ ਜੀ ਅਨਮਿਊਟ। ਹਾਂਜੀ ਹੁਣ ਬੋਲੋ। ਆਈਏ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਫਤਿਹ ਜੀ। ਮੈਂ ਪੁੱਛਣਾ ਚਾਹੁੰਦਾ, ਤ੍ਰੈ ਗੁਣਾਂ ਦਾ ਅਕਸਰ ਸਾਡੇ ਗੁਰਬਾਣੀ 'ਚ ਬਹੁਤ ਦਫਾ ਜ਼ਿਕਰ ਆਉਂਦਾ। ਤ੍ਰੈ ਗੁਣ ਤਿਆਗ, ਦੁਰਜਨ ਮੀਤ ਸਮਾਨੇ ਵੀ ਇੱਕ ਸ਼ਬਦ ਹੈ, ਹੋਰ ਵੀ ਕਈ ਮੇਰੇ ਖਿਆਲ ਸੁਖਮਨੀ ਸਾਹਿਬ ਦੇ ਵਿੱਚ ਵੀ ਆਉਂਦਾ। ਤੇ ਇਹਨਾਂ ਦਾ ਕੁਝ ਥੋੜਾ ਜਿਹਾ ਵਿਸਤਾਰ ਦੱਸਿਆ ਜੇ ਕਿ ਤ੍ਰੈ ਗੁਣ ਉਹ ਕਿਹੜੇ ਹੁੰਦੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਤਿਆਗਣਾ। ਹਾਂਜੀ ਕੀਰਤਨ ਜੀ ਤੁਸੀਂ ਕਰੋਗੇ ਨਾ ਜਾਂ ਕਿ ਇਹਨੂੰ ਸੈਟਰਡੇ ਦੇ ਕਲਾਸ ਦੇ ਵਿੱਚ ਦੁਬਾਰਾ ਲੈਣਾ? ਵੈਸੇ ਵਿਸਥਾਰ ਵਿੱਚ ਤਾਂ ਬਾਅਦ ਵਿੱਚ ਹੀ ਕਰ ਲਵਾਂਗੇ ਜੀ। ਮੈਂ ਸੰਖੇਪ ਵਿੱਚ 2 ਲਾਈਨਾਂ ਦੇ ਵਿੱਚ ਮੈਂ ਸੰਖੇਪ ਵਿੱਚ ਆਪ ਜੀ ਨੂੰ ਹੁਣ ਗੱਲ ਕਰ ਲੈਣਾ ਥੋੜੀ ਜਿਹੀ, ਕਿਉਂਕਿ ਸਮਾਂ ਇਹ ਵਿਸ਼ਾ ਲੰਬਾ ਵੀ ਹੋ ਸਕਦਾ ਹੈ। ਇਹ ਤ੍ਰੈਗੁਣ ਦਾ ਸਿਧਾਂਤ ਗੁਰਬਾਣੀ ਦਾ ਆਪਣਾ ਸਿਧਾਂਤ ਨਹੀਂ ਹੈ, ਇਹ ਸਾਨੂੰ ਪਹਿਲਾਂ ਮਤਲਬ ਸਮਝ ਹੋਣੀ ਚਾਹੀਦੀ ਹੈ। ਇਹ ਦਰਅਸਲ ਸਾਂਖ ਤੇ ਯੋਗ ਦਾ ਸਿਧਾਂਤ ਹੈ ਕਿ ਉਹ ਜਗਤ ਨੂੰ 2 ਹਿੱਸਿਆਂ ਦੇ ਵਿੱਚ ਵੰਡਦੇ ਹਨ। ਇੱਕ ਉਹ ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ, ਉਹਨੂੰ ਉਹ ਪੁਰਸ਼ ਕਹਿੰਦੇ ਹਨ, ਤੇ ਦੂਜਾ ਉਹ ਜਿਹਨੂੰ ਅਸੀਂ ਕੁਦਰਤ ਕਹਿੰਦੇ ਹਾਂ ਜਾਂ ਜਗਤ ਦੀ ਰਚਨਾ ਕਹਿੰਦੇ ਹਾਂ, ਉਹਨੂੰ ਪ੍ਰਕਿਰਤੀ ਦਾ ਨਾਮ ਦਿੰਦੇ। ਤਾਂ ਪ੍ਰਕਿਰਤੀ ਉਹ ਸੂਖਮ ਵਸਤੂ ਹੈ ਜਿਹਦੇ ਤੋਂ ਸਾਰਾ ਜਗਤ ਬਣਿਆ ਹੈ ਉਹਨਾਂ ਦੇ ਸਿਧਾਂਤ ਦੇ ਮੁਤਾਬਕ। ਤੇ ਪ੍ਰਕਿਰਤੀ ਦੇ 3 ਗੁਣ ਉਹਨਾਂ ਨੇ ਦੱਸੇ ਹਨ। ਇੱਥੇ ਗੁਣਾਂ ਦਾ ਵੀ ਅਰਥ ਜੋ ਹੈ, ਅਸੀਂ ਆਮ ਤੌਰ ਦੇ ਉੱਤੇ ਜਿਹੜੇ ਉਹ 3 ਗੁਣ, ਉਹਨੂੰ ਗੁਣ ਮਤਲਬ ਕੁਆਲਿਟੀਜ਼ ਦੀ ਸੈਂਸ ਦੇ ਵਿੱਚ ਅਸੀਂ ਅਰਥ ਲੈਂਦੇ ਹਾਂ। ਉਸ ਅਗਰ ਵਿਚਾਰਧਾਰਾ ਨੂੰ, ਉਸ ਯੋਗ ਮਤ ਨੂੰ ਪੜ੍ਹੀਏ ਜਾਂ ਸਾਂਖ ਮਤ ਨੂੰ ਜ਼ਿਆਦਾ ਕਰਕੇ ਪੜ੍ਹੀਏ, ਤਾਂ ਇਹ ਗੁਣ ਦਾ ਅਰਥ ਹੈ ਕਿ ਇਹ ਪ੍ਰਕਿਰਤੀ ਦੇ 3 ਕੰਪੋਨੈਂਟ ਹਨ। ਤਾਂ ਇਹਨੂੰ ਕੰਪੋਨੈਂਟ ਦੇ ਅਰਥ ਵਿੱਚ ਲਿਆ ਜਾਂਦਾ ਹੈ। ਤੇ ਜਦੋਂ ਅਸੀਂ 3 ਗੁਣਾਂ ਦੀ ਗੱਲ ਕਰ ਰਹੇ ਹੁੰਦੇ ਹਾਂ, ਤਾਂ ਇਹ ਜੋ ਜਗਤ ਹੈ ਉਹਨਾਂ ਦੇ ਮੁਤਾਬਕ 3 ਗੁਣਾਂ ਤੋਂ ਹੀ ਬਣਿਆ ਹੋਇਆ ਹੈ, ਜੋ ਪ੍ਰਕਿਰਤੀ ਦੇ ਮੁੱਢਲੇ ਗੁਣ ਹਨ। ਤਾਂ ਜਦੋਂ 3 ਗੁਣਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਦਿਸਦਾ ਜਿਹੜਾ ਜਗਤ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਅਕਸਰ ਮਾਇਆ ਦਾ ਨਾਮ ਵੀ ਦੇ ਦਿੱਤਾ ਗਿਆ ਹੈ, 3 ਗੁਣਾਂ ਦੀ ਵੀ ਗੱਲ ਕਰ ਦਿੱਤੀ ਗਈ ਹੈ। ਤਾਂ ਇਹਨੂੰ ਜੇ ਅਸੀਂ ਮੁਹਾਵਰੇ ਦੇ ਤੌਰ ਦੇ ਉੱਤੇ ਸਮਝ ਲਈਏ ਤਾਂ ਗੱਲ ਸਮਝਣੀ ਅਕਸਰ ਬੜੀ ਸੌਖੀ ਹੋ ਜਾਂਦੀ ਹੈ ਕਿ ਦਿਸਦੇ ਜਗਤ ਦੇ ਨਾਲ, ਭਾਵ ਮਾਇਆ ਦੇ ਨਾਲ, ਜੋ ਸਾਨੂੰ ਦਿਸਦੇ ਜਗਤ ਦੇ ਨਾਲ ਅਟਰੈਕਸ਼ਨ ਹੁੰਦੀ ਹੈ, ਫਿਜ਼ੀਕਲ ਵਰਲਡ ਅਸੀਂ ਅਗਰ ਕਹਿ ਦਈਏ, ਤਾਂ ਉਹਦੀ ਗੱਲ ਜਿਹੜੀ ਹੈ ਇੱਥੇ ਅਗਰ ਸਮਝ ਲਈਏ ਤਾਂ ਅਰਥ ਬਿਲਕੁਲ ਸਪਸ਼ਟ ਹੋ ਜਾਂਦੇ ਹਨ। ਪਰ ਜਦੋਂ ਅਸੀਂ 3 ਗੁਣਾਂ ਦੇ ਉਹ ਮਤਲਬ ਘਸੇੜ ਦੇ ਵਿੱਚ ਪੈ ਜਾਂਦੇ ਹਾਂ ਤੇ ਉਸ ਧਰਮ ਦੇ ਵਿੱਚ ਜਾ ਕੇ, ਉਸ ਵਿਚਾਰਧਾਰਾ ਵਿੱਚ ਜਾ ਕੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਵੜਨਾ ਸ਼ੁਰੂ ਕਰ ਦਿੰਦੇ ਆ, ਤੇ ਉਹਦੇ ਨਾਲ ਬਹੁਤ ਸਾਰਾ ਜਿਹੜਾ ਹੈ ਉਹ ਕਨਫਿਊਜ਼ਨ ਵੀ ਅਰਾਈਜ਼ ਹੋ ਜਾਂਦਾ ਹੈ, ਕਿਉਂਕਿ ਇਹ ਸਾਡਾ ਮੁੱਢਲਾ ਸਿਧਾਂਤ ਨਹੀਂ ਹੈ। ਜੇ 3 ਗੁਣ ਸਾਡੇ ਮੁੱਢਲੇ ਸਿਧਾਂਤ ਮਤਲਬ ਗੁਰਬਾਣੀ ਦਾ ਆਪਣਾ ਸਿਧਾਂਤ ਹੁੰਦਾ ਤਾਂ ਇਹਦੀ ਜ਼ਰੂਰ ਕਿਸੇ ਥਾਂ ਦੇ ਉੱਤੇ ਪ੍ਰੋਪਰ ਵੇ 'ਚ ਸਤਿਗੁਰੂ ਜੀ ਨੇ ਵਿਆਖਿਆ ਕੀਤੀ ਹੋਣੀ ਸੀ। ਐਸੀ ਸਾਨੂੰ ਕਿਤੇ ਵਿਆਖਿਆ ਨਹੀਂ ਮਿਲਦੀ। ਤਾਂ ਇਹ ਇੱਕ ਪ੍ਰਚਲਿਤ ਜੋ ਸ਼ਬਦ, ਜਿਹੜੇ ਬਾਕੀ ਜਿਨ੍ਹਾਂ ਨੂੰ ਅਸੀਂ 6 ਸ਼ਾਸਤਰਾਂ ਦੀ ਗੱਲ ਕਰਦੇ ਹਾਂ, 6 ਘਰ, 6 ਗੁਰ, 6 ਉਪਦੇਸ਼ ਦੇ ਵਿੱਚ ਜਿਹਦਾ ਜ਼ਿਕਰ ਆਉਂਦਾ ਹੈ, ਇਹ ਤਕਰੀਬਨ ਸਾਰੇ ਸ਼ਾਸਤਰਾਂ ਨੇ ਇਸ ਚੀਜ਼ ਨੂੰ ਅਪਣਾ ਲਿਆ ਸੀ।
ਵੀ ਇਹ ਤਿੰਨ ਗੁਣਾਂ ਤੋਂ ਤੇ ਇਹ ਪ੍ਰਕਿਰਤੀ ਤੋਂ ਜਿਹੜੀ ਬਣੀ ਹੋਈ ਜਗਤ ਹੈ, ਭਾਵੇਂ ਉਹਨਾਂ ਦੇ ਆਪਣੇ ਸਿਧਾਂਤ ਇਸ ਤੋਂ ਥੋੜੇ ਥੋੜੇ ਫਰਕ ਸਨ, ਪਰ ਆਮ ਤੌਰ ਤੇ ਇਸੇ ਤਰ੍ਹਾਂ ਹੀ ਹਰ ਧਰਮ ਦੇ ਵਿੱਚ ਗੱਲ ਕੀਤੀ ਜਾਂਦੀ ਸੀ। ਤਾਂ ਸਤਿਗੁਰੂ ਜੀ ਨੇ ਉਹ ਮੁਹਾਵਰਾ ਵਰਤਿਆ ਹੈ ਤਾਂ ਕਿ ਸਾਨੂੰ ਗੱਲ ਸਹਿਜੇ ਸਮਝ ਲੱਗ ਜਾਵੇ, ਜਿਹੜੇ ਉਹਨਾਂ ਸਿਧਾਂਤਾਂ ਦੇ ਨਾਲ ਜੁੜੇ। ਤਾਂ ਆਪਣੇ ਆਪ ਵਿੱਚ ਇਹ ਸਾਡਾ ਸਿਧਾਂਤ ਨਹੀਂ ਹੈ ਕਿ ਅਸੀਂ ਇਹਦੇ ਵਿੱਚ ਵੜ ਕੇ ਤੇ ਇੱਕ ਇੱਕ ਚੀਜ਼ ਨੂੰ ਦੇਖੀਏ, ਪਰ ਹਾਂ ਕਿਉਂਕਿ ਇਹਦਾ ਜ਼ਿਕਰ ਬਹੁਤ ਵਾਰ ਆਉਂਦਾ ਹੈ, ਇਹਦੇ ਬਾਰੇ ਵਿਸਥਾਰ ਵਿੱਚ ਵਿਚਾਰ ਕਰ ਲੈਣੀ ਬਣਦੀ ਹੈ। ਤਾਂ ਮੈਂ ਵੀਰ ਜੀ ਨੂੰ ਕਹਿਣਾ ਕਿ ਨੋਟ ਕਰ ਲੈਣ, ਜੇ ਕਿਸੇ ਵੇਲੇ ਹੋ ਸਕੇ ਤਾਂ ਇਹਦੇ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ। ਤੇ ਮੇਰਾ ਖਿਆਲ ਹੈ ਕਿ ਸ਼ਾਇਦ ਇੱਕ ਅੱਧ ਵਾਰ ਇਹਦੇ ਬਾਰੇ ਲੰਬੀ ਵਿਚਾਰ ਹੋ ਵੀ ਚੁੱਕੀ ਹੈ। ਹੋ ਚੁੱਕੀ ਹੈ ਜੀ। ਸਰ ਮਨਮੋਹਨ ਸਿੰਘ ਜੀ ਨੇ ਬਕਾਇਦਾ ਇਹਦਾ ਵਿਸਥਾਰ ਵਿੱਚ ਸੋਮਵਾਰ ਦੇ ਇੱਕ ਪ੍ਰੋਗਰਾਮ ਵਿੱਚ ਆਨਸਰ ਦਿੱਤਾ ਸੀਗਾ, ਰਜੋਗੁਣ, ਤਮੋਗੁਣ, ਸਤੋਗੁਣ ਦੀ ਕਾਫੀ ਡਿਟੇਲ ਚ ਵਿਆਖਿਆ ਕੀਤੀ ਵੀ। ਹਾਂਜੀ, ਚਲੋ ਹੋਏ ਤੇ ਮੈਨੂੰ ਰਿਕਾਰਡਿੰਗ ਵਾਲੀ ਵੀਡੀਓ ਵੀ ਅਗਰ ਚਾਹੋ ਤੇ ਆਪ ਜੀ ਦੁਬਾਰਾ ਸੁਣ ਸਕਦੇ ਹੋ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਬਾਕੀ ਇਹਨੂੰ ਥੋੜਾ ਜਿਹਾ ਡਿਟੇਲ ਵਿੱਚ ਸਮਝਣਾ ਜ਼ਰੂਰੀ ਹੈ। ਰਾਈਟ ਜੀ। ਹਾਂਜੀ, ਹੋਰ ਕਿਸੇ ਸੱਜਣ? ਹਾਂਜੀ ਸਰ ਰਾਜਾ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਸੀ। ਭਾਈ ਖਾਲਸਾ ਜੀ ਫਤਿਹ ਜੀ। ਮੈਂ ਤੇ ਇਹੀ ਕਹਿਣਾ ਜਿਹੜੀ ਗੱਲ ਤੁਸੀਂ ਦੱਸੀ ਹੈ ਜੀ, ਜਿਸ ਮਨਮੋਹਨ ਸਿੰਘ ਡਿਸਕਸ ਕੀਤਾ ਸੀਗਾ, ਤੇ ਕੋਸ਼ਿਸ਼ ਕਰਾਂਗੇ ਸਰ ਜਸਪਾਲ ਸਿੰਘ ਜੀ ਵੀ ਉਹ ਜਿਸ ਤਰੀਕ ਨੂੰ ਇਹ ਕੁਐਸਚਨ ਆਨਸਰ ਚ ਆਇਆ ਉਹ ਤੁਹਾਨੂੰ YouTube ਦਾ ਲਿੰਕ ਦੇ ਦਿਆਂਗੇ, ਤੁਸੀਂ ਉਹ ਚੋਂ ਇੱਕ ਵਾਰੀ ਸੁਣ ਲੈਣਾ। ਠੀਕ ਹੈ, ਠੀਕ ਹੈ ਜੀ। ਹਾਂਜੀ, ਹੋਰ ਕਿਸੇ ਸੱਜਣ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ, ਕੋਈ ਆਪਣਾ ਵਿਊ ਅੱਜ ਦੀ ਵਿਚਾਰ ਨਾਲ ਸੰਬੰਧਿਤ ਕੋਈ ਆਪਣੇ ਵਿਊ ਦੇਣਾ ਚਾਹੁੰਦਾ ਹੋਵੇ। ਸੋ ਅਗਰ ਹੋਰ ਕਿਸੇ ਸੱਜਣ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਨਹੀਂ ਹੈ ਤਾਂ ਫਿਰ ਇੱਥੇ ਕਲਾਸ ਦੀ ਸਮਾਪਤੀ ਕਰਾਂਗੇ। ਕੱਲ ਦੀ ਕਲਾਸ ਵਿੱਚ ਰਾਜਾ ਸਿੰਘ, ਹਾਂਜੀ ਇੱਕ ਹੈਂਡ ਹੋਰ ਰੇਜ਼ ਹੋਇਆ ਜਿਨ੍ਹਾਂ ਦੀ ਆਈਡੀ ਹੈ 12277। ਹਾਂਜੀ ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਇੱਕ ਜਿਹੜੀ ਬਾਣੀ ਹੈਗੀ ਹੈ ਲਾਵਾਂ ਦੀ, ਉਹ ਡਿਸਕਸ ਹੋ ਸਕਦੀ ਹੈ ਕੋਈ ਕਿਸੇ ਟਾਈਮ ਤੇ? ਲਾਵਾਂ ਦੀ ਬਾਣੀ ਨੋਟ ਕਰ ਲੈਂਦੇ ਆ, ਫਿਰ ਉੱਥੇ ਜਿਸ ਤਰ੍ਹਾਂ ਪ੍ਰੋਗਰਾਮ ਬਣੇਗਾ ਰਾਜਾ ਸਿੰਘ ਜੀ ਨੂੰ ਨੋਟ ਕਰਾ ਦਿੰਦੇ ਆ ਕਿ ਵੀ ਅੱਗੋਂ ਆਉਣ ਵਾਲੇ ਪ੍ਰੋਗਰਾਮ ਦੇ ਵਾਸਤੇ ਧਿਆਨ ਚ ਰੱਖ ਲੈਣ। ਠੀਕ ਹੈ, ਠੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੱਲ ਦੀ ਕਲਾਸ ਵਿੱਚ ਵੀ ਰਾਜਾ ਸਿੰਘ ਜੀ ਨੇ ਜੋ ਹੈ ਆਪ ਜੀ ਨਾਲ ਵਿਸ਼ਾ ਸਾਂਝਾ ਕਰਨਾ ਹੈ। ਉਹ ਟੌਪਿਕ ਕੀ ਸੀਗਾ ਰਾਜਾ ਸਿੰਘ ਜੀ, ਤੁਸੀਂ ਆਪ ਦੱਸ ਦਿਓ। ਸ਼ਬਦ ਵਿਚਾਰ ਸੁਰਾ ਕੀ ਜੈਸੀ ਤੇਰੀ ਚਾਲ। ਹਾਂਜੀ ਹਾਂਜੀ। ਤੇ ਸ਼ਨੀਚਰਵਾਰ ਨੂੰ ਪ੍ਰੋਫੈਸਰ ਚਰਨਜੀਤ ਸਿੰਘ ਜੀ ਜੋ ਕੈਨੇਡਾ ਤੋਂ ਹਨ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ। ਸ਼ਾਮ ਦੀ ਜੋ ਇੰਡੀਆ ਦੀ ਕਲਾਸ ਹੈ, ਜੋ ਇੰਡੀਆ ਦੇ ਟਾਈਮ ਦੇ ਮੁਤਾਬਕ 8:30 ਵਜੇ ਆਰੰਭ ਹੁੰਦੀ ਹੈ, ਈਸਟਰਨ ਟਾਈਮ 11 ਵਜੇ, ਸੈਂਟਰਲ ਟਾਈਮ ਸਵੇਰੇ 10 ਵਜੇ। ਉਹਦੇ ਵਿੱਚ ਅੱਜ ਸਰ ਚਰਨਜੀਤ ਸਿੰਘ ਜੀ ਜੋ ਦਿੱਲੀ ਵਾਲੇ ਹਨ, ਉਹ ਸੰਸਕ੍ਰਿਤੀ ਸ਼ਲੋਕ ਦੀ ਲੜੀਵਾਰ ਵਿਚਾਰ ਉਹ ਕਰਨਗੇ। ਸੋ ਅੱਜ ਦੀ ਕਲਾਸ ਦੀ ਫਿਰ ਇੱਥੇ ਸਮਾਪਤੀ ਕਰਦੇ ਹਾਂ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।